ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਣਜ ਕਰੋ ਵਣਜਾਰੇ ਹੋ, ਵਖਰ ਲਿਹੋ ਸਮਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸਮਾਲ। ਪਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ। ਸਹੁ ਦੇਖੈ ਪਤਿ ਆਏ, ਜਿਉ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ। ਕੇਤੇ ਗਨੋ ਅਸੰਖ, ਅਵਗੁਣ ਮੇਰਿਆ। ਬੇਸੁਮਾਰ ਥਾਹ ਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਿਲਕਹੀਣੰ ਜਥਾ ਵਿਪਰਾ, ਅਮਰਹੀਣੰ ਜਥਾ ਰਾਜਨః। ਤਿਲਕਹੀਣੰ ਜਥਾ ਵਿਪਰਾ, ਅਮਰਹੀਣੰ ਜਥਾ ਰਾਜਨః। ਆਵਦਹੀਣੰ ਜਥਾ ਸੂਰਾ, ਨਾਨਕ ਧਰਮਹੀਣੰ ਤਥਾ ਵੈਸ਼ਨਵః। ਆਵਦਹੀਣੰ ਜਥਾ ਸੂਰਾ, ਨਾਨਕ ਧਰਮਹੀਣ ਤਥਾ ਵੈਸ਼ਨਵః। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ, ਦਇਆ ਨਿਧ, ਗੁਣ ਨਿਧ, ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਾਨੂੰ ਸਭ ਨੂੰ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ ਦੀ
ਸਾਧਨਾ ਕਰਨ ਦਾ ਬਲ ਅਵਸਰ ਪ੍ਰਦਾਨ ਬਖਸ਼ਿਸ਼ ਕਰਕੇ ਨਵਾਜਿਸ਼ ਕੀਤੀ ਹੈ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਸਾਨੂੰ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਆਮ ਕਰਕੇ ਮਨੁੱਖ ਦੀ ਬੁੱਧੀ, ਮਨੁੱਖ ਦੀ ਸੂਝ ਦਾ ਇਤਨਾ ਕੀ ਪਸਾਰ ਹੈ ਕਿ ਦਿਸਦਾ ਹੋਇਆ ਹੀ ਮਦਦ ਕਰ ਸਕਦਾ ਹੈ। ਜਿਹੜਾ ਆਕਾਰਗਤ ਹੈ ਉਹੀ ਸਹਾਇਕ ਹੋ ਸਕਦਾ ਹੈ, ਜੋ ਵਿਆਪਕ ਹੈ, ਅੰਗ ਸੰਗ ਹੈ, ਉਹੀ ਸਹਾਇਕ ਹੋ ਸਕਦਾ ਹੈ। ਤਾਂ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹਰ ਬਿਸਰਤ ਸਦਾ ਖੁਆਰੀ। ਜਦੋਂ ਮਨੁੱਖ ਦਾ ਜੀਵਨ ਸੰਘਰਸ਼ ਦੇ ਤਣਾਵਾਂ ਦੇ ਨਾਲ, ਅੰਤਰ ਮਾਨਸਿਕ ਬੋਝਾਂ ਦੇ ਨਾਲ, ਵਿਕਾਰਾਂ ਦੇ ਵਿੱਚ ਗ੍ਰਿਫਤ ਹੋਣ ਕਰਕੇ ਇੱਕ ਮਲੀਨ ਭਾਵਾਂ ਦੇ ਨਾਲ ਉਹ ਆਪਣੇ ਆਪ ਨੂੰ ਸਭ ਪਾਸਿਆਂ ਤੋਂ ਖੁਆਰ ਹੋਇਆ ਮੰਨਦਾ ਹੈ, ਤਾਂ ਬਹੁਤੀ ਵਾਰੀ ਉਹਦਾ ਦੋਸ਼ ਉਹ ਕਿਵੇਂ ਉਹ ਸਮਾਜ ਉੱਪਰ ਆਇਦ ਕਰਦਾ ਹੈ। ਤਾਂ ਪਰ ਸਤਿਗੁਰੂ ਸਾਹਿਬ ਜੀ ਬਾਣੀ ਦੁਆਰਾ ਸਾਨੂੰ ਚੇਤੰਨ ਕਰਦੇ ਹਨ, ਹਰ ਬਿਸਰਤ ਸਦਾ ਖੁਆਰੀ। ਦਰਅਸਲ ਜਿਸ ਨਿਰੰਕਾਰ ਤੋਂ ਅਸੀਂ ਉਪਜੇ ਹਾਂ ਉਹਦੀ ਯਾਦ ਵਿੱਚ ਹੀ ਪਰਮ ਸੁੱਖ ਹੈ, ਉਹਦੀ ਸਿਮਰਤੀ ਵਿੱਚ ਵਸੇ ਰਹਿਣ ਕਰਕੇ ਹੀ ਜੀਵਨ ਦਾ ਅਸਲ ਆਨੰਦ ਹੈ। ਅਤੇ ਜਦੋਂ ਜੀਵ ਉਸ ਆਪਣੇ ਆਸਰੇ ਨੂੰ ਤੱਜ ਦਿੰਦਾ ਹੈ, ਉਸ ਦਾਤਾਰ ਦੀ ਮਿਹਰ ਨੂੰ, ਦਾਤਾਰ ਕੋਲੋਂ ਹੋਰ ਸਾਰੀਆਂ ਦਾਤਾਂ ਦੀ ਮੰਗ ਹੈ, ਪਰ ਜਦੋਂ ਉਹਦੀ ਮਾਂ ਜਾਤ ਦੀ ਮੰਗ ਨੂੰ ਛੱਡ ਬੈਠਦਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਖੁਆਰੀ ਯਕੀਨਨ ਹੈ। ਪਾਵਨ ਗੁਰਬਾਣੀ ਦੇ ਵਾਕ ਹਨ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਤਾਂ ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਇਸੇ ਕਰਕੇ ਫਿਰ ਯਾਦ ਕਿਵੇਂ ਕੀਤਾ ਜਾਵੇ? ਸਤ ਸੰਗਤ ਵਿੱਚ ਜੁੜਨ ਦੇ ਨਾਲ ਉਹਦੇ ਸਾਰੇ ਕੀਤੇ ਹੋਏ ਦਾਤਾਰ ਰੂਪ ਜਿਹੜੇ ਸਾਡੇ ਉੱਪਰ ਤਰਸ ਹਨ, ਬਖਸ਼ਿਸ਼ਾਂ ਹਨ, ਉਹਨਾਂ ਦਾ ਧੰਨਵਾਦ ਪੈਦਾ ਹੁੰਦਾ ਹੈ। ਅਤੇ ਜਦੋਂ ਧੰਨਵਾਦ ਦਾ ਭਾਵ ਪੈਦਾ ਹੁੰਦਾ ਹੈ ਫਿਰ ਮਨੁੱਖ ਸਿਫਤ ਸਲਾਹ ਵਾਲੇ ਪਾਸੇ ਜੁੜਦਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਐਸਾ ਨਿਰਮਲ ਯਤਨ ਰੋਜ਼ਾਨਾ ਕਰਦੇ ਹੋ। ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੁਆਰਾ ਸਾਨੂੰ ਜੀਵਾਂ ਨੂੰ ਬਖਸ਼ਿਸ਼ ਕਰਕੇ ਨਵਾਜ ਰਹੇ ਹਨ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲਕਹੀਣੰ ਯਥਾ ਵਿਪਰਾ, ਅਮਰਹੀਣੰ ਯਥਾ ਰਾਜਨః। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸੰਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਹੋ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ, ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ, ਕਿ ਸੰਸਾਰ ਦੇ ਵਿੱਚ 5 ਵਿਕਾਰ ਬੜੇ ਵੱਡੇ ਮਹਾਬਲੀ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਸੰਸਾਰ ਦੇ ਹਰੇਕ ਮਨੁੱਖ ਨੂੰ ਦਲਿਆ ਹੋਇਆ ਹੈ। ਵਿਕਾਰਾਂ ਦੀਆਂ ਲਹਿਰਾਂ ਇੰਨੀਆਂ ਪ੍ਰਬਲ ਮੰਨੀਆਂ ਜਾਂਦੀਆਂ ਹਨ ਕਿ ਜੀਵਨ ਭਰ ਬੰਦਗੀ ਕਰਨ ਵਾਲਾ ਜਬਤ ਵੀ ਕਈ ਵਾਰੀ ਡੋਲ ਜਾਂਦਾ ਹੈ, ਜਰਜਰਾ ਹੋ ਜਾਂਦਾ ਹੈ। ਤਾਂ ਸਤਿਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਅਗਰ ਜੀਵ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਭਰਿਆ ਤਾਣ ਪ੍ਰਾਪਤ ਹੋ ਜਾਵੇ, ਇੱਕ ਤਾਂ ਹੈ ਕਿ ਸਰੀਰ ਪ੍ਰਾਪਤ ਹੁੰਦਾ ਹੈ, ਸਰੀਰ ਵਿੱਚ ਖੁਰਾਕ ਕਰਕੇ ਊਰਜਾ ਬਣਦੀ ਹੈ ਜਿਹੜੀ ਤਾਣ ਰੂਪ ਦੇ ਵਿੱਚ, ਬਲ ਰੂਪ ਦੇ ਵਿੱਚ ਪਰਵਰਤ ਹੋ ਜਾਂਦੀ ਹੈ। ਪਰ ਇੱਕ ਰੂਹਾਨੀ ਪੱਧਰ ਦਾ, ਜਿਵੇਂ ਇਸ ਨੂੰ ਸਰਲ ਜਿਹਾ ਕਹਿਣਾ ਹੋਵੇ, ਕਈ ਇਨਸਾਨ ਬੜੇ ਰਿਸ਼ਟ ਪੁਸ਼ਟ ਹੁੰਦੇ ਨੇ, ਉਹਨਾਂ ਦੀ ਸਰੀਰਕ ਕੱਦ ਕਾਠ ਨੂੰ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਬੜਾ ਉੱਦਮ ਹੋਏਗਾ, ਬੜਾ ਮਿਹਨਤੀ ਹੋਏਗੇ, ਬੜੇ ਜਿਹੜੇ ਹਨ ਲਗਾਤਾਰ ਕਿਰਿਆਸ਼ੀਲ ਰਹਿਣ ਵਾਲੀ ਇਹਨਾਂ ਦੀ ਆਦਤ ਹੋਏਗੀ। ਪਰ ਜਦੋਂ ਕਿਤੇ ਨੇੜੇ ਜਾ ਕੇ ਜਾਂ ਕਿਸੇ ਸਮੇਂ ਵਾਹ ਪਏ ਤਾਂ ਪਤਾ ਲੱਗਦਾ ਕਿ ਇਹ ਬੰਦਾ ਤਾਂ ਆਪਣਾ ਭੋਜਨ ਵੀ ਜਾਂ ਇੱਥੋਂ ਤੱਕ ਕਿ ਆਪਣੇ ਜੋੜੇ ਵੀ ਆਪ ਨਹੀਂ ਉਤਾਰ ਸਕਦਾ। ਤਾਂ ਇਸੇ ਪ੍ਰਕਾਰ ਇੱਕ ਇਹ ਪੱਧਰ ਹੈ, ਇੱਕ ਉਹ ਪੱਧਰ ਹੈ ਜਦੋਂ ਜੀਵਨ ਦੇ ਵਿੱਚ, ਹੁਣ ਗੱਲ ਕੀ ਹੈ ਕਿ ਇੱਥੇ ਸਰੀਰਕ ਕੱਦ ਕਾਠ ਦਾ ਕੋਈ ਮਾਇਨਾ ਨਹੀਂ,
ਜਦੋਂ ਆਤਮਿਕ ਤਲ 'ਤੇ ਪ੍ਰੇਰਣਾ ਹੋਵੇ, ਬੰਦੇ ਦੇ ਅੰਦਰ ਸਿਦਕ ਦ੍ਰਿੜ ਹੋਵੇ, ਤਾਂ ਉਹ ਕਿਸੇ ਕਾਰਜ ਨੂੰ ਕਿਰਿਆਸ਼ੀਲ ਹੋਣ ਦੇ ਲਈ ਯਤਨਸ਼ੀਲ ਹੁੰਦਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਅਕਾਲ ਪੁਰਖ ਦੀ ਮਿਹਰਾਮਤ ਦਾ ਇੱਕ ਬਲ ਭਰਿਆ ਕਿਣਕਾ ਵੀ ਪ੍ਰਾਪਤ ਹੋ ਜਾਏ ਤਾਂ ਮੱਛਰ ਦੀ ਨਿਆਈ ਜੀਵ ਹੰਕਾਰ ਵਰਗੇ ਪੱਥਰ ਨੂੰ ਤੋੜ ਸਕਦਾ ਹੈ, ਕੀੜੀ ਵਰਗਾ ਜੀਵ ਮੋਹ ਦੇ ਚਿੱਕੜ ਨੂੰ ਤਰ ਸਕਦਾ ਹੈ, ਅੰਧਿਆਂ ਦੀ ਨਿਆਈ ਜਿਹੜਾ ਜੀਵਨ ਹੈ ਉਹ ਜਿਹੜੀ ਸੰਸਾਰ ਦਾ ਮਹਾਂ ਅੰਧਕਾਰ ਹੈ ਉਹਨੂੰ ਪਾਰ ਕਰ ਸਕਦਾ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਅੱਜ ਵਾਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਇੱਕ ਬੜੇ ਗੋਹਜ ਨੁਕਤੇ ਉੱਪਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਤਿਲਕਹੀਣੰ ਜਥਾ ਵਿਪਰਾ ਅਮਰਹੀਣੰ ਜਥਾ ਰਾਜਨਹ। ਜਦ ਸੰਸਾਰ ਦੇ ਵੱਲ ਝਾਤ ਮਾਰੀਏ, ਕੁਦਰਤ ਦੇ ਵਿੱਚ ਅਨੇਕਾਂ ਪਦਾਰਥਾਂ ਦੇ ਨਾਲ ਅਸੀਂ ਰੂਬਰੂ ਹੁੰਦੇ ਹਾਂ। ਬੜੀਆਂ ਅਵਸਥਾ ਸਾਡੇ ਸੰਪਰਕ ਦੇ ਵਿੱਚ ਆਉਂਦੀਆਂ ਹਨ ਜਿਨ੍ਹਾਂ ਨਾਲ ਸਾਡਾ ਆਦਾਨ ਪ੍ਰਦਾਨ ਵਰਤੋਂ ਵਿਵਹਾਰ ਸੰਭਵ ਹੁੰਦਾ ਹੈ। ਜਿੱਥੇ ਅਸੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਆਕਾਰਾਂ ਕਰਕੇ, ਉਹਨਾਂ ਦੇ ਨਾਮ ਕਰਕੇ, ਉਹਨਾਂ ਦੇ ਰੂਪ ਕਰਕੇ ਜਾਣਦੇ ਹਾਂ, ਉੱਥੇ ਉਹਨਾਂ ਨੂੰ ਅਸੀਂ ਉਹਨਾਂ ਦੇ ਅੰਦਰ ਵਿਆਪਤ ਗੁਣਾਂ ਕਰਕੇ ਵੀ ਜਾਣਦੇ ਹਾਂ। ਜਿਵੇਂ ਦੁਨੀਆ ਦੇ ਵਿੱਚ ਅਨੇਕਾਂ ਫਲ ਨੇ, ਅਨੇਕਾਂ ਫਲਾਂ ਦੇ ਆਪੋ ਆਪਣੇ ਰੰਗ, ਆਪੋ ਆਪਣੇ ਰੂਪ, ਆਪੋ ਆਪਣੇ ਆਕਾਰ ਹਨ, ਪਰ ਉਹਨਾਂ ਸਾਰਿਆਂ ਫਲਾਂ ਦਾ ਇੱਕ ਸਾਂਝਾ ਗੁਣ ਹੈ ਕਿ ਸਾਰਿਆਂ ਦੇ ਅੰਦਰ ਮਿਠਾਸ ਦਾ ਤੱਤ ਮੌਜੂਦ ਹੁੰਦਾ ਹੈ। ਇਸ ਕਰਕੇ ਮਿਠਾਸ ਕਰਕੇ ਵੀ ਅਸੀਂ ਫਲਾਂ ਨੂੰ ਜਾਣਦੇ ਹਾਂ। ਹਰੇਕ ਚੀਜ਼ ਦਾ ਆਪਣਾ ਕੋਈ ਨਾ ਕੋਈ ਵਿਸ਼ੇਸ਼ਣ ਹੈ, ਆਪੋ ਆਪਣੇ ਆਕਾਰ ਤੋਂ ਬਾਅਦ ਵੀ ਉਹਦੀ ਇੱਕ ਖਾਸ ਖੂਬੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜਿਵੇਂ ਸੰਸਾਰ ਦੀ ਹਰੇਕ ਵਸਤੂ ਨੂੰ ਉਹਦੇ ਨਾਮ ਰੂਪ ਆਕਾਰ ਤੋਂ ਬਾਅਦ ਉਹਦੇ ਗੁਣ ਕਰਕੇ ਪਹਿਚਾਣਿਆ ਜਾਂਦਾ ਹੈ, ਇਸੇ ਪ੍ਰਕਾਰ ਧਰਮ ਦੇ ਦਾਇਰੇ ਦੇ ਵਿੱਚ ਜੀਣ ਵਾਲੇ ਇਨਸਾਨਾਂ ਦੇ ਵੀ ਕੁਝ ਵਿਸ਼ੇਸ਼ ਲੱਛਣ ਹੋਣੇ ਚਾਹੀਦੇ ਹਨ। ਅਤੇ ਇਸ ਕਰਕੇ ਅੱਜ ਦੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਅਗਰ ਕਿਸੇ ਦੇ ਅੰਦਰ ਉਸ ਦੇ ਰੂਪ ਆਕਾਰ ਜਾਂ ਉਹਦੀ ਜੋ ਪ੍ਰਭਾਵ ਕਰਕੇ ਆਕਾਂਖਿਆ ਕੀਤੀ ਜਾਂਦੀ ਹੈ, ਜੇ ਉਹਦੇ ਕਰਕੇ ਉਹ ਗੁਣ ਨਹੀਂ ਹਨ ਤਾਂ ਉਹਦਾ ਉਹ ਨਾਮ ਰਖਵਾਉਣਾ, ਉਸ ਤਰ੍ਹਾਂ ਦਾ ਵਿਸ਼ੇਸ਼ਣ ਲਗਵਾਉਣਾ ਆਪਣੇ ਆਪ ਦੇ ਵਿੱਚ ਅਧੂਰੇ ਅਰਥਾਂ ਵਾਲਾ ਹੈ, ਨਿਸ਼ਫਲ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਤਿਲਕਹੀਣੰ ਜਥਾ ਵਿਪਰਾ। ਜਿਵੇਂ ਇੱਕ ਬ੍ਰਾਹਮਣ ਮੱਤ ਨੂੰ ਧਾਰਨ ਵਾਲਾ ਇਨਸਾਨ ਹੈ, ਉਹਦੀ ਪਛਾਣ ਕੀ ਹੈ ਕਿ ਉਹਦੇ ਤੇੜ ਧੋਤੀ ਹੈ, ਸਿਰ ਦੇ ਉੱਪਰ ਸ਼ਿਖਾ ਹੁੰਦੀ ਹੈ, ਗਲੇ ਵਿੱਚ ਜਨੇਊ ਹੁੰਦਾ ਹੈ, ਗਲੇ ਤੋਂ ਵੱਖੀ ਵਾਲੇ ਪਾਸੇ ਗਲ ਦੇ ਵਿੱਚ ਉਹਨੇ ਰੁਦਰਾਖ ਦੀਆਂ ਹੋਰ ਕਈ ਮਾਲਾਵਾਂ ਧਾਰਨ ਕੀਤੀਆਂ ਹੁੰਦੀਆਂ ਨੇ, ਮੱਥੇ ਦੇ ਉੱਪਰ ਉਹਨੇ ਕੁਸਮ ਦਾ, ਚੰਦਨ ਦਾ ਜਾਂ ਸੁਆਹ ਦਾ ਤਿਲਕ ਆਦਿਕ ਲਗਾਇਆ ਹੁੰਦਾ। ਇਹ ਪਛਾਣ ਹੈ ਬ੍ਰਾਹਮਣ ਦੀ ਆਮ ਕਰਕੇ, ਜਿਹੜਾ ਪੂਰੀ ਤਰ੍ਹਾਂ ਆਪਣੇ ਮਤ ਮਤਾਂਤਰ ਅਨੁਸਾਰ ਬ੍ਰਾਹਮਣ ਅਨੁਸਾਰ ਵੇਸ਼ ਭੂਸ਼ਾ ਧਾਰਨ ਕਰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਿਲਕਹੀਣੰ ਜਥਾ ਵਿਪਰਾ। ਜੇ ਬ੍ਰਾਹਮਣ ਦੇ ਮੱਥੇ ਦੇ ਉੱਪਰ ਤਿਲਕ ਹੀ ਨਾ ਹੋਵੇ, ਉਹਨੇ ਹੋਰ ਸਾਰੀ ਵੇਸ਼ ਭੂਸ਼ਾ ਧਾਰਨ ਹੀ ਨਾ ਕੀਤੀ ਹੋਵੇ, ਤਾਂ ਉਹਨੂੰ ਬ੍ਰਾਹਮਣ ਨਹੀਂ ਕਿਹਾ ਜਾ ਸਕਦਾ। ਭਾਵ ਕਿ ਬ੍ਰਾਹਮਣ ਦੀ ਪਹਿਲੀ ਪਛਾਣ ਉਹਦੇ ਮੱਥੇ ਦੇ ਉੱਪਰ ਤਿਲਕ ਹੁੰਦਾ ਹੈ। ਅਮਰਹੀਣੰ ਜਥਾ ਰਾਜਨਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਰਾਜੇ ਦੀ ਪਛਾਣ ਕਾਹਦੇ ਕਰਕੇ ਹੈ? ਉਹਦੇ ਕੋਲ ਇੱਕ ਆਪਣਾ ਨਿਸ਼ਚਿਤ ਰਾਜ ਹੁੰਦਾ, ਜਿੱਥੋਂ ਤੱਕ ਉਹਦਾ ਹੁਕਮ ਚੱਲਦਾ ਹੈ, ਜਿਸ ਜ਼ਮੀਨ ਤੱਕ ਉਹਦਾ ਪੂਰਨ ਅਧਿਕਾਰ ਹੁੰਦਾ ਹੈ। ਉਹਦੇ ਪਾਸ ਬੜੇ ਅਹਿਲਕਾਰ, ਬੜੀਆਂ ਵੱਡੀਆਂ ਸੈਨਾਵਾਂ ਹੁੰਦੀਆਂ ਨੇ। ਜਿਤਨੇ ਉਹਦੇ ਰਾਜ ਵਿੱਚ ਹੋਰ ਕੁਦਰਤੀ ਸਰੋਤ ਹੁੰਦੇ ਨੇ, ਸਾਰਿਆਂ ਦੇ ਉੱਪਰ ਉਹਦਾ ਹੁਕਮ ਚੱਲਦਾ ਹੈ। ਪਰ ਜੇ ਰਾਜੇ ਕੋਲ ਹੁਕਮ ਚਲਾਉਣ ਦੀ ਤਾਕਤ ਹੀ ਨਾ ਹੋਵੇ, ਭਾਵ ਕਿ ਉਹਦਾ ਕੋਈ ਐਸਾ ਪਸਾਰ ਹੀ ਨਾ ਹੋਵੇ, ਨਾਮ ਹੋਵੇ ਰਾਜਾ, ਨਾ ਕੋਲ ਸੈਨਾ ਹੋਵੇ, ਨਾ ਰਾਜ ਹੋਵੇ, ਨਾ ਸਿੰਘਾਸਣ ਹੋਵੇ, ਨਾ ਮੰਤਰੀ ਅਹਿਲਕਾਰ ਹੋਣ, ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਨਾਂ ਹੁਕਮ ਦੀ ਸਮਰੱਥਾ ਤੋਂ, ਬਿਨਾਂ ਸ਼ਾਸਨ ਕਰਨ ਦੇ ਤਾਣ ਤੋਂ ਬਿਨਾਂ ਕੋਈ ਰਾਜਾ ਨਹੀਂ ਕਿਹਾ ਜਾ ਸਕਦਾ ਹੈ। ਆਵਦਹੀਣੰ ਜਥਾ ਸੂਰਾ ਨਾਨਕ ਧਰਮਹੀਣੰ ਤਥਾ ਵੈਸ਼ਨਵਹ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੂਰਮੇ ਦੀ ਪਛਾਣ ਉਹਦੇ ਸ਼ਸਤਰ ਧਾਰਨ ਕਰਨ ਤੋਂ ਆਉਂਦੀ ਹੈ। ਅਗਰ ਕੋਈ ਬਿਨਾਂ ਸ਼ਸਤਰ ਧਾਰਨ ਕੀਤੇ ਆਪਣੀ ਸੂਰਮਤਾਈ ਨੂੰ ਸਿੱਧ ਕਰਨਾ ਚਾਹੇ ਤਾਂ ਉਹਦੇ ਲਈ ਅਸੰਭਵ ਹੁੰਦਾ ਹੈ।
ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੂਰਮੇ ਦਾ ਜਿਹੜਾ ਸ਼ਿੰਗਾਰ ਹੈ ਜਾਂ ਉਹਦੀ ਸੂਰਮਤਾਈ ਦੇ ਜਿਹੜੇ ਲੱਛਣ ਹਨ ਉਹ ਉਹਦੇ ਸ਼ਸਤਰ ਧਾਰਨ ਤੋਂ ਪ੍ਰਗਟ ਹੁੰਦੇ ਹਨ। ਜੇ ਕਿਸੇ ਪਾਸ ਸ਼ਸਤਰ ਹੀ ਨਹੀਂ ਹਨ, ਪੂਰੀ ਤਰ੍ਹਾਂ ਸ਼ਸਤਰਾਂ ਦੇ ਨਾਲ ਉਹਦਾ ਸਰੀਰ ਜੜਿਆ ਹੋਇਆ ਨਹੀਂ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਰਾਜਾ, ਉਸ ਨੂੰ ਸੂਰਮਾ ਨਹੀਂ ਆਖਿਆ ਜਾ ਸਕਦਾ, ਨਹੀਂ ਸਮਝਿਆ ਜਾ ਸਕਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਧਰਮਹੀਣੰ ਤਥਾ ਵੈਸ਼ਨਵ। ਅਤੇ ਇਸੇ ਪ੍ਰਕਾਰ ਜਿਹੜਾ ਆਪਣੇ ਆਪ ਨੂੰ ਵੈਸ਼ਨਵ ਖਵਾਉਂਦਾ ਹੈ, ਧਰਮੀ ਇਨਸਾਨ ਖਵਾਉਂਦਾ ਹੈ, ਜੇ ਉਹਦੇ ਅੰਦਰ ਧਰਮ ਦੇ ਗੁਣਾਂ ਦਾ ਸੁਭਾਵ ਮਹਿਕ ਵਿਵਹਾਰ ਨਹੀਂ ਹੈ ਤਾਂ ਉਹਦਾ ਧਰਮੀ ਮਨੁੱਖ ਆਖਿਆ ਜਾਣਾ ਵਿਅਰਥ ਹੈ। ਇਸ ਗੱਲ ਨੂੰ ਹੁਣ ਵਿਚਾਰਕ ਨੁਕਤੇ ਤੋਂ ਥੋੜ੍ਹਾ ਸਮਝਣ ਦਾ ਯਤਨ ਕਰੀਏ। ਮੈਂ ਕਈ ਵਾਰੀ ਧਰਮ ਅਤੇ ਸਮਾਜ ਦੇ ਜਿਹੜੇ ਸੰਬੰਧ ਨੇ ਇਹਨਾਂ ਦੀ ਇਕਸੁਰਤਾ ਦੀ ਪਛਾਣ ਕਰਦਾ ਕਈ ਵਾਰੀ। ਹੁਣ ਦੁਨੀਆ ਦੇ ਵਿੱਚ ਅਸੀਂ ਕਿਸੇ ਨੂੰ ਕਹਿਣਾ ਹੋਵੇ ਨਾ ਵਿੱਦਿਅਕ ਤੌਰ 'ਤੇ, ਉਦਾਹਰਨ ਦੇ ਤੌਰ 'ਤੇ, ਕਿ ਜੇ ਮੈਨੂੰ ਕਿਸੇ ਨੂੰ ਕਹਿਣਾ ਹੋਵੇ ਕਿ ਜੇ ਮੈਂ ਮਾਸਟਰ ਡਿਗਰੀ ਧਾਰਕ ਹਾਂ ਤਾਂ ਅਸੀਂ ਉਦੋਂ ਹੀ ਕਹਿੰਦੇ ਹਾਂ ਜਦੋਂ ਸਾਡੇ ਪਾਸ ਹੋਵੇ। ਦੁਨੀਆ 'ਚ ਕਦੀ ਤੁਹਾਨੂੰ ਨਗਰ ਆਮ ਕਰਕੇ ਸਮਾਜਿਕ ਨੁਕਤੇ ਦੀ ਗੱਲ ਕਰ ਰਿਹਾ ਕਿ ਅਸੀਂ ਸਮਾਜ ਵਿੱਚ ਦੂਜੇ ਨੂੰ ਅਸੀਂ ਉਦੋਂ ਹੀ ਆਪਣੀ ਵਿਸ਼ੇਸ਼ਣ ਦੱਸਦੇ ਹਾਂ ਬਹੁਤੀ ਵਾਰੀ ਕਿਸੇ ਕਾਰਨ ਕਰਕੇ ਜਦੋਂ ਉਹਦੇ ਮਾਲਕ ਹੋ ਜਾਂਦੇ ਹਾਂ। ਉਦਾਹਰਨ ਦੇ ਤੌਰ 'ਤੇ ਡਾਕਟਰੇਟ ਕਰ ਲਈ ਹੈ, ਸਮਾਜ ਨੂੰ ਉਦੋਂ ਹੀ ਕਹਿਣਾ ਆ ਜਦੋਂ ਮੇਰੇ ਕੋਲ ਉਹਦੀ ਬਾਕਾਇਦਾ ਸਨਮਾਨਿਤ ਡਿਗਰੀ ਆ ਜਾਂਦੀ ਹੈ। ਸਮਾਜ ਦੇ ਵਿੱਚ ਸ਼ਾਹੂਕਾਰ ਖਵਾਉਣਾ ਉਦੋਂ ਹੀ ਪਸੰਦ ਕਰਦਾ ਜਾਂ ਉਦੋਂ ਆਖਦਾ ਕਿ ਸ਼ਾਹੂਕਾਰ ਕਹਿਣ ਜਦੋਂ ਕੋਲ ਬਹੁਤ ਸਾਰੀ ਸੰਪੱਤੀ ਆ ਜਾਏ। ਰਾਜਨੀਤਿਕ ਤੌਰ 'ਤੇ ਪ੍ਰਤਿਸ਼ਠਾਵਾਨ ਉਦੋਂ ਹੀ ਅਖਵਾਉਣਾ ਚਾਹੁੰਦਾ ਮਨੁੱਖ ਜਦੋਂ ਬਿਲਕੁਲ ਉਹਦੀ ਰਾਜ ਦਰਬਾਰ ਕੋਈ ਸਾਂਝ, ਕੋਈ ਮਜ਼ਬੂਤ ਰਾਬਤਾ ਬਣ ਜਾਂਦਾ। ਇਹ ਸਮਾਜਿਕ ਨੁਕਤੇ ਦੀ ਗੱਲ ਹੈ। ਪਰ ਦੂਜੇ ਪਾਸੇ ਇਹਦੇ ਉਲਟ ਜਦੋਂ ਉਹੀ ਇਨਸਾਨ ਧਰਮ ਦੇ ਦਾਇਰੇ ਵਿੱਚ ਸ਼ਾਮਲ ਹੋ ਜਾਂਦੇ ਹਨ, ਧਰਮ ਦਾ ਅਭਿਆਸ ਕਰਨ ਲੱਗ ਪੈਂਦੇ ਹਨ, ਅਧਿਆਤਮਿਕ ਜੀਵਨ ਦੀ ਉਹਨਾਂ ਦੇ ਅੰਦਰ ਇੱਕ ਜਗਿਆਸਾ ਜਾਗ ਪੈਂਦੀ ਹੈ, ਤਾਂ ਇੱਥੇ ਆ ਕੇ ਗੱਲ ਉਲਟ ਹੋ ਜਾਂਦੀ ਹੈ, ਥੋੜ੍ਹੀ ਜਿਹੀ ਪ੍ਰਤੀਕੂਲ ਹੋ ਜਾਂਦੀ ਹੈ। ਕਿਵੇਂ? ਸਮਾਜ ਦੇ ਵਿੱਚ ਵਿੱਦਿਆਵਾਨ ਬਣਨਾ ਸੀ, ਵਿੱਦਿਆ ਬਕਾਇਦਾ ਪ੍ਰਾਪਤ ਕੀਤੀ ਹੈ। ਧਨਵਾਨ ਬਣਨਾ ਸੀ, ਬਕਾਇਦਾ ਕੋਲ ਸੰਪੱਤੀ ਹੈ। ਪ੍ਰਤਿਸ਼ਠਾਵਾਨ ਬਣਨਾ ਸੀ, ਬਾਕਾਇਦਾ ਕੋਲ ਵੱਡੇ ਰੁਤਬਿਆਂ ਦੀ ਜਿਹੜੀ ਤਾਕਤ ਹੈ। ਪਰ ਧਰਮ ਦੇ ਵਿੱਚ ਆ ਕੇ ਧਰਮ ਦੇ ਇੱਕ ਗੁਣ ਦੀ ਸਾਧਨਾ ਨਹੀਂ ਕੀਤੀ ਜਾਂ ਧਰਮ ਦੇ ਇੱਕ ਵੀ ਗੁਣ ਦਾ, ਇੱਕ ਵੀ ਲੱਛਣ ਦਾ ਸੁਭਾਅ ਇਹਦੇ ਜੀਵਨ 'ਚੋਂ ਨਹੀਂ ਮਿਲਦਾ, ਪਰ ਧਰਮੀ ਅਖਵਾ ਰਿਹਾ। ਇਹ ਅੱਜ ਦੀ ਤਰਾਸਦੀ ਹੈ। ਅੱਜ ਪਿੱਛੇ ਜੇ ਮੈਂ ਕਿਸੇ ਨਾਲ ਮੇਰੀ ਵਿਚਾਰਾਂ ਦੀ ਸਾਂਝ ਹੋ ਰਹੀ ਸੀ ਤਾਂ ਉਹਨੇ ਮੈਨੂੰ ਬੜਾ ਗੁਹਜ ਨੁਕਤਾ ਦੱਸਿਆ। ਕਹਿਣ ਲੱਗਾ ਕਿ ਹੁਣ ਧਰਮ ਅਦਾਕਾਰੀ ਬਣ ਗਿਆ, ਕਿ ਅੱਗੇ ਅੱਜ ਤੋਂ ਪਹਿਲਾਂ ਜਿਹੜੇ ਲੋਕ ਸਾਨੂੰ ਧਰਮ ਦਾ ਤੱਤ ਗਿਆਨ ਨਹੀਂ ਸੀ ਪਾਲਦੇ, ਉਹ ਸ਼ਰਧਾ ਦੇ ਤਲ 'ਤੇ, ਦਿਲ ਦੇ ਤਲ 'ਤੇ, ਰੂਹਾਨੀ ਤਲ 'ਤੇ ਆਪਣੇ ਦਿਲੋਂ ਜਾਨ ਦੇ ਨਾਲ ਜੀਵਨ ਨੂੰ ਜਿਉਂਦੇ ਸਨ। ਉਦਾਹਰਨ ਦੇ ਤੌਰ 'ਤੇ ਸਤ ਸੰਗਤ ਵਿੱਚ ਹੀ ਬੈਠਣਾ, ਦਿਲ ਦੇ ਤਲ 'ਤੇ ਬੈਠਣਾ ਹੁੰਦਾ ਸੀ। ਇੰਨੀ ਭਾਵਨਾ ਕਰਕੇ ਬੈਠਦੇ ਸਨ ਕਿ ਅਗਰ ਬੁੱਧੀ ਦੇ ਵਿੱਚ ਨਹੀਂ ਵੀ ਕੋਈ ਗਿਆਨ ਦੀ ਗੱਲ ਸਮਝ ਆਉਂਦੀ ਸੀ ਤੇ ਉਹਨਾਂ ਦੀ ਭਾਵਨਾ, ਉਹਨਾਂ ਦੀ ਬੁੱਧੀ ਦੇ ਕਪਾਟ ਖੋਲ੍ਹ ਕੇ ਤੇ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੀ ਸੀ। ਪਰ ਹੁਣ ਧਰਮ ਲੋਕਾਚਾਰੀ ਵਾਲੇ ਰੁਝਾਨ ਵਿੱਚ ਪੈ ਗਿਆ ਤੇ ਹਰੇਕ ਮਨੁੱਖ ਲੋਕਾਚਾਰੀ ਦੇ ਨੁਕਤੇ ਤੋਂ ਪੂਰਤੀ ਹੋ ਜਾਵੇ। ਇਸ ਕਰਕੇ ਐਸੇ ਇਨਸਾਨ ਅੱਜ ਕੱਲ੍ਹ ਬਹੁਤਾਤ ਗਿਣਤੀ ਵੱਧ ਗਈ ਹੈ ਜਿਹੜੇ ਗੁਰੂ ਘਰ ਤੱਕ ਗੇੜਾ ਮਾਰਨ ਤੱਕ ਸੀਮਿਤ ਰਹਿ ਗਏ ਨੇ। ਮੈਂ ਕਈ ਵਾਰੀ ਵਾਚਦਾ, ਕਈ ਕਹਿਣਗੇ ਕਿ ਜੀ ਗੁਰੂ ਘਰ ਚੱਲਿਆ, 2 ਮਿੰਟ ਬਾਅਦ ਫਿਰ ਉਹ ਘਰੇ ਵਾਪਸ ਆਇਆ ਹੁੰਦਾ। ਮੈਂ ਸਮਝਦਾ ਕਿ ਇੰਨੇ ਸਮੇਂ ਤਾਂ ਬਸ ਇੱਕ ਕਦਮ 30-40 ਕਦਮ ਸਰੀਰਕ ਤੌਰ 'ਤੇ ਹੀ ਚੱਲ ਸਕਦਾ ਹੈ, 2 ਮਿੰਟ ਵਿੱਚ ਤਾਂ ਕੋਈ ਸਾਧਨਾ ਹੋਣ ਵਾਲੀ ਨਹੀਂ। ਇਸ ਕਰਕੇ ਅੱਜ ਕੱਲ੍ਹ ਜਿਹੜੀ ਬਹੁਤੇ ਧਾਰਮਿਕ ਸਥਾਨਾਂ 'ਤੇ ਭੀੜ ਹੈ, ਇਹ ਕੇਵਲ ਗੇੜੇ ਮਾਰਨ ਵਾਲੀ ਭੀੜ ਹੈ। ਕਿ ਜਿਵੇਂ ਬਾਜ਼ਾਰ ਵਿੱਚ ਗੇੜਾ ਮਾਰ ਰਹੇ ਅੱਜ ਕੱਲ੍ਹ, ਜਿਵੇਂ ਥੋੜ੍ਹਾ ਸਮਾਂ ਲੋਕ ਘਰਾਂ ਵਿੱਚ ਕੈਦ ਰਹੇ, ਥੋੜ੍ਹੀ ਜਿਹੀ ਖੁੱਲ੍ਹ ਮਿਲੀ ਹੈ, ਕੰਮ ਫਿਰ ਵੀ ਕੋਈ ਨਹੀਂ ਹੈ, ਬਾਜ਼ਾਰ 'ਚ ਗੇੜਾ ਮਾਰਨ ਜਾਣਾ ਕਿ ਜੀ ਜਿਹਾ ਲੱਗਿਆ ਰਹਿੰਦਾ ਹੈ। ਇਸੇ ਤਰ੍ਹਾਂ ਧਰਮ ਨੂੰ ਵੀ ਇਸ ਰੂਪ ਦੇ ਵਿੱਚ ਧਰਮ ਸਥਾਨਾਂ ਨੂੰ ਬਣਾ ਲਿਆ ਗਿਆ ਕਿ ਜੇ ਕਿਤੇ ਮਹੀਨੇ 'ਚ ਇੱਕ ਦਿਨ ਵੀ ਗੁਰੂ ਘਰ ਨਾ ਗਿਆ, ਕਿਤੇ ਲੋਕ ਨਾਸਤਿਕ ਨਾ ਕਹਿ ਦੇਣ, ਹੰਕਾਰੀ ਨਾ ਕਹਿ ਦੇਣ, ਇਸ ਕਰਕੇ ਇਹ ਵੀ ਮਾੜਾ ਮੋਟਾ ਕੰਮ ਕਰ ਛੱਡਾਂ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਧਰਮ ਦੇ ਅਭਿਆਸ ਵਿੱਚ ਪੈਣ ਵਾਲੇ ਹਨ। ਹੁਣ ਗੱਲ ਚੱਲੀ ਸੀ ਕਿ ਜਦੋਂ ਬੰਦਾ ਧਰਮ ਦੇ ਵਿੱਚ ਦਾਖਲ ਹੋ ਜਾਂਦਾ ਹੈ, ਉਹਦੇ ਗੁਣਾਂ ਦੀ ਕਮਾਈ ਨਹੀਂ ਕੀਤੀ, ਪਰ ਧਰਮੀ ਹੋਣ ਦਾ ਜਿਹੜੀ ਆਸ ਕਰਦਾ ਕਿ ਮੈਨੂੰ ਲੋਕ ਗੁਰਮੁਖ ਕਹਿਣ। ਹੁਣ ਧਰਮ ਦਾ ਪਹਿਲਾ ਲੱਛਣ ਆਪ ਜੀ ਸਾਰੇ ਸੁਭਾਵਿਕ ਜਾਣਦੇ ਹੋ, ਦਇਆ ਦਾ ਗੁਣ ਹੈ। ਉਦਾਹਰਨ ਦੇ ਤੌਰ 'ਤੇ ਕਿਸੇ ਲੋੜਵੰਦ ਦੀ ਲੋੜ ਭਾਵੇਂ ਪੂਰਤੀ ਨਾ ਕਰ ਸਕਾਂ, ਪਰ ਉਹਦੀ ਲੋੜਵੰਦਤਾ ਦੇ ਕਾਰਨ ਕਰਕੇ ਜਾਂ ਕਿਸੇ ਘਾਟ ਕਰਕੇ ਜੋ ਉਹਦਾ ਦੀਨਤਾ ਬਣੀ ਹੋਈ ਹੈ,
ਉਹਨੂੰ ਦੇਖ ਕੇ ਹਿਰਦਾ ਨਹੀਂ ਪਸੀਜਦਾ ਅਤੇ ਆਕਾਂਖਿਆ ਕੀਤੀ ਜਾਂਦੀ ਹੈ ਕਿ ਮੈਨੂੰ ਲੋਕ ਧਰਮੀ ਕਹਿਣ। ਕਿਸੇ ਦੇ ਕਹੇ ਹੋਏ ਕਿਸੇ ਕੁੜੱਤਣ ਭਰੇ ਬੋਲਾਂ ਦੇ ਪ੍ਰਤੀ ਖਿਮਾ ਦੀ ਭਾਵਨਾ ਜਰਾ ਜਿੰਨੀ ਹਿਰਦੇ ਵਿੱਚ ਨਹੀਂ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਲੋਕ ਮੈਨੂੰ ਗੁਰਮੁਖ ਕਹਿਣ। ਹਿਰਦੇ ਦੇ ਵਿੱਚ ਸਹਿਣਸ਼ੀਲਤਾ ਦੀ ਜਰਾ ਜਿੰਨੀ ਭਾਵਨਾ ਨਹੀਂ ਹੈ ਤਾਂ ਉਮੀਦ ਕੀਤੀ ਜਾਂਦੀ ਹੈ ਗੁਰਮੁਖ ਕਹਿਣ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਧਰਮ ਹੀਣੰ ਤਥਾ ਵੈਸਨਵਹ। ਜੇ ਸਹੀ ਅਰਥਾਂ ਦੇ ਵਿੱਚ ਧਰਮੀ ਹੋਣਾ ਹੈ ਤਾਂ ਧਰਮ ਦੇ ਜਿਹੜੇ ਹਨ ਪਹਿਲਾਂ ਲੱਖਣਾਂ ਨੂੰ ਧਾਰਨ ਕੀਤਾ ਜਾਵੇ ਕਿ ਧਰਮ ਤੇਰੀ ਜ਼ਿੰਦਗੀ ਵਿੱਚੋਂ ਸਫੁਰ ਹੋਵੇ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਇਨਸਾਨ ਕੋਲ ਵਿੱਦਿਆ ਦਾ ਧਨ ਹੈ, ਜਦੋਂ ਗੱਲ ਕਰੇਗਾ ਉਹਦੇ ਵਾਕਾਂ ਤੋਂ ਪਤਾ ਲੱਗ ਜਾਏਗਾ ਇਹਦੇ ਕੋਲੋਂ ਵਿੱਦਿਆ ਹੈ। ਕਿਸੇ ਪਦਾਰਥਾਂ ਦੇ ਨਾਲ ਪੂਰੀ ਤਰ੍ਹਾਂ ਸੰਪੰਨ ਇਨਸਾਨ ਹੈ, ਉਹਦੇ ਵਸਤਰਾਂ ਤੋਂ, ਉਹਦੀ ਹੋਰ ਸਾਰੇ ਜੀਵਨ ਦੀ ਚਾਲ ਢਾਲ ਤੋਂ ਪਤਾ ਲੱਗ ਜਾਏਗਾ ਕਿ ਇਸ ਬੰਦੇ ਕੋਲੋਂ ਪਦਾਰਥ ਭਰਪੂਰ ਮਾਤਰਾ ਵਿੱਚ ਮੌਜੂਦ ਨੇ। ਹੁਣ ਇੱਕ ਧਰਮੀ ਇਨਸਾਨ ਦੇ ਪਾਸ ਬੈਠਾ ਹੋਵੇ ਮਨੁੱਖ, ਉਹਦੇ ਤੋਂ ਕੁਝ ਪਤਾ ਹੀ ਨਾ ਲੱਗੇ, ਨਾ ਉਹਦੇ ਸੁਭਾਅ ਤੋਂ ਦਇਆ ਝਰੇ, ਨਾ ਉਹਦੇ ਜੀਵਨ 'ਚੋਂ ਖਿਮਾ ਦੀ ਮਹਿਕ ਆਵੇ, ਨਾ ਸਹਿਣਸ਼ੀਲਤਾ ਦਾ ਭਾਵ ਪੈਦਾ ਹੋਵੇ, ਨਾ ਉਹਦੇ ਜੀਵਨ ਵਿੱਚ ਮਿਠਾਸ ਦਾ ਹੀ ਕੋਈ ਪੱਧਰ ਹੋਵੇ, ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਕਿਹੜੇ ਅਰਥਾਂ ਦੇ ਵਿੱਚ ਧਰਮੀ ਕਹਿਣਾ ਚਾਹੀਦਾ। ਸ਼ੇਖ ਸਾਦੀ ਇੱਕ ਸੂਫੀ ਫਕੀਰ ਹੋਏ ਨੇ, ਉਹਨਾਂ ਦੀਆਂ 2 ਪੁਸਤਕਾਂ ਗੁਲਿਸਤਾਨ ਅਤੇ ਬੋਸਤਾਂ ਬੜੀਆਂ ਪ੍ਰਸਿੱਧ ਨੇ। ਉਹਦੇ ਵਿੱਚ ਉਹਨਾਂ ਨੇ ਇਸੇ ਸੰਬੰਧ ਦੇ ਵਿੱਚ ਇੱਕ ਗੱਲ ਕਹੀ ਹੈ। ਕਹਿੰਦੇ ਚੰਦਨ ਨੂੰ ਕਾਹਦੇ ਕਰਕੇ ਚੰਦਨ ਕਿਹਾ ਜਾਂਦਾ ਹੈ? ਇਸ ਕਰਕੇ ਕਿ ਉਹਨੂੰ ਸੱਪ ਲਿਪਟੇ ਹੁੰਦੇ ਨੇ, ਇਸ ਕਰਕੇ ਕਿ ਉਹਦਾ ਕੱਦ ਛੋਟਾ ਹੁੰਦਾ, ਆਕਾਰ ਛੋਟਾ ਹੁੰਦਾ ਹੈ, ਜਾਂ ਇਸ ਕਰਕੇ ਕਿ ਉਹ ਬੜਾ ਦੁਰਲੱਭ ਮਿਲਦਾ ਹੈ, ਬਹੁਤ ਘੱਟ ਮਿਲਦਾ, ਇਸ ਕਰਕੇ? ਕਹਿੰਦੇ ਨਹੀਂ, ਇਸ ਕਰਕੇ ਚੰਦਨ ਨੂੰ ਚੰਦਨ ਨਹੀਂ ਕਿਹਾ ਜਾਂਦਾ, ਚੰਦਨ ਨੂੰ ਕੇਵਲ ਉਹਦੀ ਖੁਸ਼ਬੂ ਕਰਕੇ ਚੰਦਨ ਕਿਹਾ ਜਾਂਦਾ ਹੈ। ਅਤੇ ਵੈਸੇ ਉਹਨੇ ਗੱਲ ਦੂਜੇ ਸੰਦਰਭ 'ਚ ਕਹੀ ਹੈ। ਸ਼ੇਖ ਸਾਦੀ ਕਹਿੰਦੇ ਕਿ ਜੇ ਚੰਦਨ ਅੰਦਰ ਖੁਸ਼ਬੂ ਹੀ ਨਹੀਂ ਹੈ ਤਾਂ ਉਹਨੂੰ ਚੰਦਨ ਕਹਿਣ ਦਾ ਕੋਈ ਅਰਥ ਨਹੀਂ। ਅਤੇ ਜੇ ਇਨਸਾਨ ਦੇ ਅੰਦਰ ਇਨਸਾਨੀ ਗੁਣ ਹੀ ਨਹੀਂ ਮੌਜੂਦ, ਇਨਸਾਨੀ ਭਾਵ ਹੀ ਨਹੀਂ ਮੌਜੂਦ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਸ ਨੂੰ ਧਰਮ ਇਨਸਾਨ ਕਹਿਣਾ ਜਾਂ ਧਰਮੀ ਪੁਰਖ ਕਹਿਣਾ ਹੀ ਆਪਣੇ ਆਪ ਦੇ ਵਿੱਚ ਉਚਿਤ ਹੈ। ਗੱਲ ਚੱਲੀ ਸੀ ਕਿ ਮਨੁੱਖ ਧਰਮ ਦੀ ਅਦਾਕਾਰੀ ਦੇ ਵਿੱਚ ਪੈ ਗਿਆ। ਅਦਾਕਾਰ ਜਿਵੇਂ ਉਦਾਹਰਨ ਦੇ ਤੌਰ 'ਤੇ ਫਿਲਮਾਂ ਵਿੱਚ ਅਦਾਕਾਰ ਹੁੰਦੇ ਨੇ, ਜਿਵੇਂ ਧਰਮ ਦੇ ਵਿੱਚ ਕਿਸੇ ਅਦਾਕਾਰ ਨੇ ਵਿਧਵਾ ਦਾ ਰੋਲ ਕੀਤਾ ਹੈ, ਜ਼ਰੂਰੀ ਨਹੀਂ ਕਿ ਉਹ ਵਿਧਵਾ ਪੁਣਾ ਉਹਨੇ ਹੰਡਾਇਆ ਹੋਵੇ। ਕਿਸੇ ਗਰੀਬੀ ਦਾ ਲੋੜਵੰਦ ਕਿਸੇ ਮਜ਼ਦੂਰ ਦਾ ਰੋਲ ਅਦਾ ਕੀਤਾ ਹੈ, ਜ਼ਰੂਰੀ ਨਹੀਂ ਕਿ ਉਹਨੇ ਮਜ਼ਦੂਰੀ ਦੇ ਗਰੀਬੀ ਦੇ ਕਸ਼ਟ ਨੂੰ ਭੋਗਿਆ ਹੋਵੇ। ਵਰਤਮਾਨ ਮਨੁੱਖ ਦਾ ਸੰਕਟ ਇਹ ਹੈ, ਤਾਂ ਕਰਕੇ ਅੱਜ ਇੱਕ ਨੁਕਤਾ ਇਹ ਵੀ ਉੱਭਰਦਾ ਹੈ ਕਿ ਧਰਮ ਕੋਈ ਬਹੁਤੀ ਲਾਹੇਵੰਦ ਚੀਜ਼ ਨਹੀਂ ਰਹਿ ਗਈ, ਜਾਂ ਧਰਮ ਦਾ ਕੋਈ ਬਹੁਤਾ ਵੱਡਾ ਅਰਥ ਨਹੀਂ ਹੈ, ਕਿਉਂਕਿ ਇਹਨੂੰ ਦਿਲੋਂ ਜਾਨ ਤੋਂ ਕੋਈ ਨਹੀਂ ਜਿਉਣਾ ਚਾਹੁੰਦਾ। ਮੈਂ ਸਿੱਖ ਦੇ ਜੀਵਨ ਦੀ ਗੱਲ ਕਰਾਂ ਆਪ ਦੇ ਸਨਮੁਖ। ਹੁਣ ਸਿੱਖ ਦੇ ਜੀਵਨ ਦਾ ਅਸੀਂ ਜੇ ਧਰਮ ਦੇ ਅਨੁਸਾਰ ਵਾਚੀਏ, ਅਥਾਹ ਗੁਣਾਂ ਦਾ ਭੰਡਾਰ ਸਿੱਖ ਦਾ ਜੀਵਨ ਹੋਣਾ ਚਾਹੀਦਾ। ਉਦਾਹਰਨ ਦੇ ਤੌਰ 'ਤੇ ਸਭ ਤੋਂ ਪਹਿਲਾਂ ਉਹਦੇ ਕੋਲ ਅੰਮ੍ਰਿਤ ਵੇਲੇ ਦੀ ਸਾਧਨਾ ਹੋਣੀ ਚਾਹੀਦੀ ਹੈ। ਯਕੀਨਨ ਹੈ 80% ਸਿੱਖ ਸਮਾਜ ਨੂੰ ਪਤਾ ਹੀ ਨਹੀਂ ਅੰਮ੍ਰਿਤ ਵੇਲਾ ਕੀ ਹੈ। ਦਿਨ ਦੀ ਆਰੰਭਤਾ ਹੀ 6 ਵਜੇ ਤੋਂ ਬਾਅਦ ਹੁੰਦੀ ਹੈ, ਪਹਿਲਾ ਪੱਧਰ। ਦੂਜਾ ਪੱਧਰ ਗੁਰੂ ਕੇ ਧਰਮ ਦੇ ਨਿਯਮ ਅਨੁਸਾਰ ਗੁਰੂਦੁਆਰ ਦੀ ਹਾਜ਼ਰੀ ਭਰੇ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੇ, ਕੀਰਤਨ ਦੁਆਰਾ ਆਪਣੀ ਦੇਹ ਨੂੰ ਨਾਮ ਰਸ ਦੇ ਵਿੱਚ ਢਾਲੇ। ਇਹ ਸਾਨੂੰ ਗੁਰੂ ਸਾਹਿਬ ਜੀ ਨੇ ਇੱਕ ਸਿਧਾਂਤ ਦਿੱਤਾ ਹੋਇਆ। ਯਕੀਨਨ ਹੈ ਸਿੱਖ ਬਹੁਤ ਗਿਣਤੀ, ਐਡਾ ਵੱਡਾ ਨਗਰ ਹੈ, 3-4 ਇਨਸਾਨ ਬੈਠੇ ਹੁੰਦੇ ਨੇ। ਇਹਦਾ ਮਤਲਬ ਇਸ ਪੱਧਰ 'ਤੇ ਵੀ ਅਸੀਂ ਸਿੱਖ ਨਹੀਂ ਜਿਉ ਰਹੇ। ਦੂਜਾ ਪੱਧਰ ਆ ਜਾਂਦਾ ਆਪਣੀ ਕਿਰਤ ਵਿਰਤ ਦੇ ਵਿੱਚ ਪੂਰੀ ਤਰ੍ਹਾਂ ਇਕਾਗਰ ਹੋਣਾ, ਭਾਵ ਕਿ 10 ਨੌਹਾਂ ਦੀ ਜਿਸ ਤਰ੍ਹਾਂ ਦੀ ਵੀ ਹੈ, ਚਾਹੇ ਆਰਾਮਦਾਇਕ ਕਿਰਤ ਹੈ, ਚਾਹੇ ਮਿਹਨਤ ਮੁਸ਼ੱਕਤ ਵਾਲੀ ਹੈ, ਪਰ ਕਰਨੀ ਦਿਲੋਂ ਜਾਨ ਭਾਵਨਾ ਦੇ ਨਾਲ, ਇਮਾਨਦਾਰੀ ਭਾਵ ਦੇ ਨਾਲ। ਇਸੇ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਵਾਕ ਕਿਹਾ, ਕਹਿੰਦੇ ਗੁਰੂ ਨਾਨਕ ਦੇ ਸਿੱਖ ਨੇ ਕਿਰਤ ਇਸ ਕਰਕੇ ਨਹੀਂ ਕਰਨੀ ਕਿ ਉਹਨੂੰ ਜੀਵਨ ਮਿਲਿਆ ਤਾਂ ਉਹਨੂੰ ਕੰਮ ਕਰਨਾ ਹੀ ਪਏਗਾ। ਕਹਿੰਦੇ ਇਸ ਕਰਕੇ ਨਹੀਂ ਕਰਨੀ, ਉਹਨੇ ਕਿਰਤ ਇਸ ਕਰਕੇ ਕਰਨੀ ਹੈ ਕਿ ਮੇਰੇ ਗੁਰੂ ਬਾਬੇ ਨੇ 10 ਨੌਆਂ ਦੀ ਕਿਰਤ ਦੀ ਪੈੜ ਪਾਈ ਹੈ ਅਤੇ ਮੈਂ ਉਹਦੀਆਂ ਪੈੜਾਂ 'ਤੇ ਕਿਰਤ ਕਰਦਿਆਂ ਹੋਇਆਂ ਚੱਲਣਾ ਹੈ। ਜਿਵੇਂ ਗੁਰੂ ਬਾਬੇ ਨੇ ਬਾਣੀ ਦਾ ਉਚਾਰਨ ਕੀਤਾ ਅਤੇ ਅਸੀਂ ਉਹਨਾਂ ਦੇ ਅਨੁਸਾਰ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ। ਇਸੇ ਪ੍ਰਕਾਰ ਗੁਰੂ ਬਾਬੇ ਨੇ ਵੀ 10 ਨੌਆਂ ਦੀ ਕਿਰਤ ਕਰਕੇ ਸਾਡੇ ਲਈ ਇੱਕ ਪੈੜ ਪਾਈ ਹੈ ਕਿ ਜੇ ਮੇਰੀਆਂ ਪੈੜਾਂ 'ਤੇ ਚੱਲਦੇ ਆਓਗੇ ਤਾਂ ਬਖਸ਼ਿਸ਼ ਦੇ ਪਾਤਰ ਬਣੋਗੇ। ਤਾਂ ਇਸੇ ਪ੍ਰਕਾਰ ਹੁਣ ਜਿਵੇਂ ਦੂਜੇ ਪੱਧਰ 'ਤੇ ਸਿੱਖ ਗੁਰੂ ਘਰ ਨਹੀਂ ਆ ਰਿਹਾ, ਜੇ ਕਿਰਤ ਦੀ ਗੱਲ ਹੈ ਤਾਂ ਉੱਥੇ ਵੀ ਧੰਦੇਬਾਜ਼ੀ ਦਾ, ਕਪਟਪੁਣੇ ਦਾ, ਬੇਈਮਾਨੀ ਦਾ ਬੜਾ ਕੁਝ ਵਿਆਪਤ ਹੈ। ਉਸ ਤੋਂ ਅਗਲਾ ਪੱਧਰ ਆ ਜਾਂਦਾ ਹੈ ਧਰਮ ਦੇ ਅਨੁਸਾਰ ਵੰਡ ਛਕਣ ਦੀ ਭਾਵਨਾ। ਵੰਡ ਛਕਣ ਦੀ ਭਾਵਨਾ ਦਾ ਇਹ ਹੈ ਕਿ ਕਿਤੇ ਵੀ ਜੀਵਨ ਦੇ ਵਿੱਚ ਨਹੀਂ ਉਪਜਦਾ
ਭਾਵ ਕਿ ਉਦਾਹਰਨ ਦੇ ਤੌਰ 'ਤੇ ਕਿ ਨਿਕਟ ਵਸਦੇ, ਇਸ ਕਰਕੇ ਨਾ ਇਸਲਾਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਚੰਗੇ ਗਵਾਂਢੀ ਤਾਂ ਹੋ ਜੇ ਤੁਹਾਨੂੰ ਆਪਣੇ ਆਲੇ ਦੁਆਲੇ ਦੇ ਵਸਣ ਵਾਲੀਆਂ ਦੀਆਂ ਲੋੜਾਂ ਦਾ, ਉਹਨਾਂ ਦੀਆਂ ਦੀਨੀਆਂ ਦਾ, ਉਹਨਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੋਵੇ। ਮਦਦ ਕਰਨਾ ਤਾਂ ਅਗਲੀ ਗੱਲ ਹੈ। ਉਹ ਕਹਿੰਦੇ ਚੰਗੇ ਗਵਾਂਢੀ ਤੁਸੀਂ ਤਾਂ ਉਹ ਚੰਗੇ ਵਸਨੀਕ ਤਾਂ ਉਹ ਸਿੱਖ ਦੇ ਜੀਵਨ 'ਚ ਕਿਤੇ ਵੰਡ ਛਕੋ ਦੀ ਭਾਵਨਾ ਨਹੀਂ ਹੈ। ਮੈਂ ਥੋੜ੍ਹਾ ਸਮਾਂ ਪਹਿਲਾਂ ਦੀ ਗੱਲ ਹੈ, ਕਿਤੇ ਕਿਸੇ ਬਹੁਤ ਲੋੜਵੰਦ ਵਿਦਿਆਰਥੀ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਤੁਸੀਂ ਅਕਸਰ ਸੰਗਤ 'ਚ ਵਿਚਰਦੇ ਹੋ ਤਾਂ ਮੇਰੀ ਬਹੁਤ ਵਿੱਦਿਅਕ ਜ਼ਰੂਰਤ ਹੈ, ਪੂਰੀ ਕਰਵਾ ਦਿਓ ਕਿਸੇ ਗੱਲੋਂ ਕਹਿ ਕੇ। ਐਸਾ ਮੇਰਾ ਸੁਭਾਅ ਨਹੀਂ ਸੀ, ਪਰ ਉਹਦੀ ਬੇਨਤੀ ਨੂੰ ਮੁੱਖ ਰੱਖ ਕੇ ਮੈਂ ਇੱਕ ਦੋ ਦੇ ਸਨਮੁਖ ਜਿਹੜੇ ਬੜੇ ਪ੍ਰਤਿਸ਼ਠਾਵਾਨ ਸਨ ਔਰ 30-40 ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਸੈਟਲਡ ਸਨ, ਰੋਜ਼ਾਨਾ ਦਸਵੰਧ ਦੀ ਬਾਤ ਪਾਉਂਦੇ ਸਨ। ਮੈਂ ਕਿਹਾ ਬਹੁਤ ਜ਼ਿਆਦਾ ਦਸਵੰਧ ਦੀ ਬਾਤ ਪਾਉਂਦੇ ਨੇ, ਚਲੋ ਇਹਨਾਂ ਦੇ ਨਾਲ ਕਹੀ ਜਾਵੇ, ਕੁਝ ਕੁ ਹਜ਼ਾਰਾਂ ਦੀ ਲੋੜ ਹੈ। ਜਦ ਹੀ ਸੰਪਰਕ ਕੀਤਾ ਅੱਗੋਂ ਬਿਲਕੁਲ ਅਨਕਾਰੀ ਆ ਗਿਆ, ਅਨਕਾਰੀ ਜਵਾਬ ਆ ਗਿਆ। ਇਹਦਾ ਭਾਵ ਹੈ ਕਿ ਅੱਜ ਸਿੱਖ ਦਾ ਜਿਹੜਾ ਜੀਵਨ ਹੈ ਉਹ ਇਸ ਪੱਧਰ 'ਤੇ ਵੀ ਨਹੀਂ ਜਿਉ ਰਿਹਾ। ਮੈਂ ਕਈ ਵਾਰੀ ਵਿਚਾਰਦਾ ਹੁੰਦਾ ਕਿ ਗੁਰਸਿੱਖੀ ਦਾ ਜੀਵਨ ਜਿਉਣਾ ਇੰਨੀ ਸੌਖੀ ਗੱਲ ਨਹੀਂ ਹੈ। ਪਹਿਲੀ ਗੱਲ ਤਾਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਜੇ ਉਹ ਸਾਧਨਾ ਪੂਰੀ ਕਰ ਲਈ ਜਾਵੇ। ਗੁਰੂਦੁਆਰ ਨਹੀਂ ਆਇਆ ਜਾਂਦਾ, ਗੁਰੂਦੁਆਰ ਆਇਆ ਜਾਵੇ ਤਾਂ ਕਿਰਤ ਵਿਰਤ ਨਹੀਂ ਪੂਰੀ ਇਮਾਨਦਾਰੀ ਨਾਲ ਕਰ ਸਕਦਾ। ਜੇ ਇਹ ਕਰ ਲਈ ਹੈ ਤੇ ਜਦੋਂ ਦਸਵੰਧ ਦੀ ਪਾਵਨਾ ਉਹਦੀ ਬੜੇ ਬੜੇ ਵੱਡੇ ਡੋਲਦੇ ਦੇਖੇ ਨੇ। ਅੱਜ ਕਈ ਵਾਰੀ ਕਹਿੰਦੇ ਜੀ ਸਿੱਖ ਸਮਾਜ ਦੀਆਂ ਇੰਨੀਆਂ ਲੋੜਾਂ ਰਹਿ ਗਈਆਂ। ਮੈਂ ਕੁਦਰਤੀ ਵਾਚਦਾ, ਜਿਵੇਂ ਮੇਰੀ ਵੀ ਕਿਰਤ ਦਾ ਇੱਕ ਸਿਲਸਿਲਾ ਹੈ ਅਤੇ ਇਹਦੇ ਵਿੱਚ ਦੇਖੀਦਾ ਕਿ ਜਦੋਂ ਇਹ ਗੱਲ ਆਉਂਦੀ ਹੈ ਕਿ ਜਦੋਂ 10% ਹਿੱਸਾ ਬਣਦਾ ਗੁਰੂ ਭੇਟ ਕਰਨ ਲੱਗਿਆਂ ਇਮਾਨਦਾਰੀ ਦੇ ਨਾਲ, ਇੱਕ ਵਾਰੀ ਮਨ 'ਚ ਖਿਆਲ ਆਉਂਦਾ 5% ਹੀ ਕਰ ਲਈਏ। ਇੱਕ ਵਾਰੀ ਤਾਂ ਆ ਜਾਂਦਾ ਖਿਆਲ। ਮਤਲਬ ਕਿੰਨੇ ਪੱਧਰਾਂ 'ਤੇ ਸਿੱਖੀ ਨੂੰ ਕਮਾਉਣਾ ਔਖਾ। ਪਰ ਗੱਲ ਕੀ ਹੈ ਕਿ ਇਹ ਪੱਧਰ ਕਮਾਉਣਾ ਕੋਈ ਨਹੀਂ, ਪਰ ਮੈਨੂੰ ਲੋਕ ਸਿੱਖ ਆਖਣ, ਇਹ ਸਾਡੀ ਅੱਜ ਭਾਵਨਾ ਹੈ। ਤਾਂ ਇਸ ਕਰਕੇ ਜਿਵੇਂ ਮੈਂ ਕਈ ਵਾਰੀ ਵਾਕ ਸ਼ਬਦ ਵਰਤਿਆ, ਜੇ ਮੈਂ ਅੱਧਾ ਕੁ ਸਿੱਖ ਹਾਂ ਤਾਂ ਮੈਨੂੰ ਕਈ ਕਹਿਣਗੇ ਜੀ ਤੁਸੀਂ ਤਾਂ ਚੰਗੇ ਬੜੇ ਗਿਆਨੀ ਹੋ, ਫਿਰ ਵੀ ਇਹ ਵਾਕ ਕਹਿੰਦੇ ਹੋ, ਚੰਗੀ ਗੱਲ ਨਹੀਂ ਹੈ। ਮੈਂ ਕਿਹਾ ਉਹ ਤਾਂ ਠੀਕ ਹੈ ਕਿ ਮੈਨੂੰ ਗੁਰੂ ਨੇ ਪੂਰਾ ਸਿੱਖ ਸਿੰਘ ਖਾਲਸਾ ਬਣਾਇਆ ਹੋਇਆ, ਇਹ ਗੁਰੂ ਦਾ ਤਰਸ ਹੈ। ਪਰ ਜਿਹੜੀ ਆਪਣੀ ਅਸਲ ਔਕਾਤ ਜਾਂ ਹੈਸੀਅਤ ਹੁੰਦੀ ਹੈ ਉਹਦੇ ਵਿੱਚ ਇਹ ਹੈ ਕਿ ਬੰਦਗੀ ਦਾ ਨਿਯਮ ਵੀ ਕਈ ਵਾਰੀ ਪੂਰਾ ਨਹੀਂ ਨਿਭਦਾ, ਸੇਵਾ ਦੀ ਜਿਹੜਾ ਉਦਮ ਹੈ ਉਹ ਵੀ ਕਈ ਵਾਰੀ ਪੂਰਾ ਸਰੀਰ 'ਚੋਂ ਨਹੀਂ ਬਣਦਾ। ਦਾਨ ਪੁੰਨ ਦੀ ਭਾਵਨਾ, ਦਇਆ, ਖਿਮਾ, ਸਹਿਣਸ਼ੀਲਤਾ, ਤਿਆਗ, ਵੈਰਾਗ, ਸੇਵਾ, ਸਿਮਰਨ, ਸੂਰਮਤਾਈ, ਇਹ ਸਾਰੇ ਗੁਣ ਵੀ ਕਈ ਵਾਰੀ ਪੂਰੇ ਤਾਂ ਕੀ ਥੋੜ੍ਹੇ ਬਹੁਤੇ ਵੀ ਕਈ ਵਾਰੀ ਨਹੀਂ ਕਮਾਏ ਜਾਂਦੇ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਧਰਮਹੀਣੰ ਤਥਾ ਵੈਸਨਵਹ। ਤਾਂ ਹੁਣ ਗੱਲ ਕੀ ਹੈ ਕਿ ਧਰਮ ਦੀ ਅਦਾਕਾਰੀ ਦੇ ਵਿੱਚ ਇਨਸਾਨ ਪਿਆ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਵੇਂ ਤਿਲਕ ਤੋਂ ਬਿਨਾਂ ਬ੍ਰਾਹਮਣ ਦੀ ਪਛਾਣ ਨਹੀਂ ਹੋ ਸਕਦੀ, ਨਾ ਉਹਨੂੰ ਕੋਈ ਬ੍ਰਾਹਮਣ ਕਹਿੰਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਆਪ ਜੀ ਨੇ ਕਦੇ ਐਸਾ ਅਨੁਭਵ ਰਿਹਾ ਹੋਵੇਗਾ, ਬਾਜ਼ਾਰ ਵਿੱਚ ਗੁਜ਼ਰਦੇ ਹਾਂ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਇੱਕ ਬੜੀ ਚੰਗੀ ਨੈਤਿਕਤਾ ਹੈ। ਉਦਾਹਰਨ ਦੇ ਤੌਰ 'ਤੇ ਕੋਈ ਸਨਾਤਨ ਮਤ ਦਾ ਪੁਜਾਰੀ ਕਿਸੇ ਦੇ ਘਰ ਨਿਮੰਤਰਣ 'ਤੇ ਜਾ ਰਿਹਾ ਹੋਵੇ, ਪੂਜਾ ਕਰਨ ਜਾ ਰਿਹਾ, ਹਵਨ ਕਰਨ ਜਾ ਰਿਹਾ ਹੋਵੇ, ਰਸਤੇ ਵਿੱਚ ਮਿਲ ਜਾਵੇ ਤਾਂ ਪਤਾ ਲੱਗ ਜਾਂਦਾ ਨਾ ਕਿ ਜੀ ਪੁਜਾਰੀ ਜੀ ਜਾ ਰਹੇ ਹਨ, ਭਾਵ ਕਿ ਇਹਨਾਂ ਦੇ ਹੱਥ ਵਿੱਚ ਕੋਈ ਨਾ ਕੋਈ ਵਸਤ ਹੈ, ਬਾਕਾਇਦਾ ਮੱਥੇ ਉੱਪਰ ਤਿਲਕ ਲਗਾਇਆ ਹੋਇਆ ਹੈ, ਗਲੇ ਵਿੱਚ ਮਾਲਾ ਧਾਰਨ ਕੀਤੀ ਹੋਈ ਹੈ। ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਧਰਮ ਦੇ ਅਨੁਸਾਰ ਰਾਮ ਰਾਮ ਜੀ ਕਹਿ ਕੇ ਅਦਬ ਕਰਦੇ ਹਾਂ ਉਹਨਾਂ ਦਾ। ਕੋਈ ਪਾਦਰੀ ਜਾ ਰਿਹਾ ਹੋਵੇ ਤਾਂ ਪਤਾ ਲੱਗ ਜਾਂਦਾ ਹੈ, ਕੋਈ ਇਸਲਾਮ ਦਾ ਜਾ ਰਿਹਾ ਹੋਵੇ ਤਾਂ ਪਤਾ ਲੱਗ ਜਾਂਦਾ ਹੈ, ਸਿੱਖ ਮਤ ਨਾਲ ਸੰਬੰਧਿਤ ਹੋਵੇ ਤਾਂ ਪਤਾ ਲੱਗ ਜਾਂਦਾ। ਭਾਵ ਕਿ ਉਹਦੇ ਬਾਹਰੀ ਲੱਛਣਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਬੰਦਾ ਉਸ ਨੇਮ ਦੇ ਵਿੱਚ ਢਲਿਆ ਹੋਇਆ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਜੇ ਤੂੰ ਧਰਮੀ ਹੋਣ ਦੀ ਗੱਲ ਕਰਦਾ ਤਾਂ ਧਰਮ ਦੇ ਨੇਮ ਦੇ ਵਿੱਚ ਵੀ ਪੂਰੀ ਤਰ੍ਹਾਂ ਢਲਿਆ ਹੋਣਾ ਚਾਹੀਦਾ ਹੈ। ਕਹਿੰਦੇ ਮੈਂ ਕਿਸੇ ਜਗ੍ਹਾ ਦਇਆ ਬਾਰੇ ਪੜ੍ਹਿਆ ਸੀ ਕਿ ਦਇਆ ਕਿੰਨੀ ਗੁਰਸਿੱਖ ਦੀ ਕਿੰਨੀ ਬਾਰੀਕ ਹੋਣੀ ਚਾਹੀਦੀ ਹੈ। ਕਹਿੰਦੇ ਕਿ ਇੱਕ ਰੁੱਖ ਦੇ ਉੱਪਰ ਜਿਹੜਾ ਪੱਤਾ ਹੈ ਨਾ, ਸਮਾਂ ਪਾ ਕੇ ਪੀਲਾ ਜ਼ਰਦ ਹੋ ਜਾਂਦਾ। ਪੀਲਾ ਜ਼ਰਦ ਹੋ ਜਾਂਦਾ ਮਤਲਬ ਉਹਦੇ ਹਰਿਆਲੀ ਵਾਲੀ ਜੀਵਨ ਦੀ ਹੋਂਦ ਉਹਦੀ ਖਤਮ ਹੋ ਜਾਂਦੀ ਹੈ। ਪਰ ਕਹਿੰਦੇ ਉਹਨੂੰ ਆਖਰ ਉਹਨੇ ਟੁੱਟਣਾ ਹੀ ਆ, ਪੀਲਾ ਜ਼ਰਦ ਹੋ ਗਿਆ। ਕਹਿੰਦੇ ਕਿਸੇ ਜ਼ਰਦ ਹੋ ਕੇ ਪੀਲੇ ਪੱਤੇ ਦੀ ਟੁੱਟਦੀ ਹੋਈ ਹੋਂਦ ਨੂੰ, ਉਹਦੀ ਕਿਰਿਆ ਨੂੰ ਦੇਖ ਕੇ ਵੀ ਗੁਰਸਿੱਖ ਦਾ ਹਿਰਦਾ ਪਸੀਜ ਜਾਵੇ, ਇੰਨੀ ਤੀਬਰ ਦਇਆ ਇੱਕ ਗੁਰਸਿੱਖ ਦੇ ਹਿਰਦੇ ਅੰਦਰ ਹੋਣੀ ਚਾਹੀਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਧਰਮਹੀਣੰ ਤਥਾ ਵੈਸਨਵਹ। ਤਾਂ ਹੁਣ ਗੁਰੂ ਸਾਹਿਬਾਨਾਂ ਦਾ ਜੀਵਨ ਦੇਖੋ, ਗੁਰੂ ਸਾਹਿਬਾਨਾਂ ਨੇ ਸਾਨੂੰ ਦਇਆ ਦੇ ਕਿੱਡੇ ਵੱਡੇ ਮੁਕਾਮ ਸਿਖਾਏ ਨੇ, ਕਿੰਨੀਆਂ ਬਾਰੀਕ ਗੱਲਾਂ ਦਇਆ ਦੇ ਨੁਕਤੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ। ਸਾਰੇ ਜਗਤ ਨੂੰ ਸ਼ਬਦ ਦੀ ਮਿਹਰਾਮਤ ਪ੍ਰਾਪਤ ਹੋ ਜਾਵੇ, ਗੁਰੂ ਸਾਹਿਬਾਨਾਂ ਨੇ ਤੱਤੀ ਤਵੀ ਦਾ ਮਹਾਂ ਸੇਕ ਕਬੂਲਿਆ ਹੈ ਕਿ ਇਹ ਦਇਆ ਦਾ ਹੀ ਪੱਧਰ ਹੈ ਕਿ ਸਾਰਾ ਸੰਸਾਰ ਸ਼ਬਦ ਦੇ ਨਾਲ ਜੁੜ ਕੇ
ਆਪਣੇ ਆਤਮਿਕ ਜੀਵਨ ਦਾ ਆਨੰਦ ਮਾਣ ਸਕੇ। ਤੇ ਗੁਰੂ ਸਾਹਿਬਾਨਾਂ ਨੇ ਆਪਣੀ ਪਾਵਨ ਦੇਹ ਨੂੰ ਜਰਾ ਜਰਾ ਜਿਹੜਾ ਇੱਕ ਖਿੰਨ ਖਿੰਨ ਕਰਕੇ ਵੀ ਕੁਰਬਾਨ ਕਰ ਦਿੱਤਾ ਹੈ। ਇਹ ਦਇਆ ਦਾ ਹੀ ਹੈ। ਇਸੇ ਪ੍ਰਕਾਰ ਮੈਂ ਕਿਤੇ ਨਾ ਗੁਰੂ ਸਾਹਿਬ ਜੀ ਦੇ ਸੰਬੰਧਾਂ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਰਦਾਸ ਦੇ ਸੰਬੰਧ ਵਿੱਚ ਕੁਝ ਵਾਕ ਬਣਾ ਰਿਹਾ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਸਰੂਪ ਸਨਮੁਖ ਖੜ੍ਹ ਕੇ ਕਿਹਾ ਕਿ ਦਾਤਾ ਸਾਰੇ ਸੰਸਾਰ ਨੂੰ ਬੰਦਗੀ ਦਾ, ਸਿਮਰਨ ਦਾ, ਗਿਆਨ ਦਾ, ਧਰਮ ਦਾ ਰਾਹ ਦਿਖਾਉਣਾ ਹੈ। ਇਹ ਜ਼ਿੰਮੇਵਾਰੀ, ਇਹ ਬਖਸ਼ਿਸ਼ ਮੈਨੂੰ ਦੇ। ਤਾਂ ਅਕਾਲ ਪੁਰਖ ਨੇ ਕਿਹਾ ਬਖਸ਼ਿਸ਼ ਮਿਲੇਗੀ। ਭਾਵ ਕਿ ਮੈਂ ਥੋੜ੍ਹਾ ਚਿੱਤਰਿਤ ਕਰਨ ਦਾ ਯਤਨ ਕਰ ਰਿਹਾ ਸਾਂ ਕਿ ਬਖਸ਼ਿਸ਼ ਮਿਲੇਗੀ ਪਰ ਸਮੁੱਚਾ ਜੀਵਨ ਫਕੀਰੀ ਵਿੱਚ ਬਿਤਾਉਣਾ ਪਏਗਾ। ਪ੍ਰਵਾਨ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗਰੀਬੀ ਪ੍ਰਵਾਨ ਕੀਤੀ। ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਹੁਣ ਗੁਰੂ ਅਰਜਨ ਸਾਹਿਬ ਜੀ ਨੇ ਅਕਾਲ ਪੁਰਖ ਦੇ ਸਨਮੁਖ ਇਸ ਤਰ੍ਹਾਂ ਵਾਕ ਹੈ ਕਿ ਦਾਤਾ ਸ਼ਬਦ ਦਾ ਪ੍ਰਕਾਸ਼ ਹਰਿਮੰਦਰ ਸਰੂਪ ਦੇ ਵਿੱਚ ਥਾਪ ਕੇ ਕਰਨਾ ਅਤੇ ਸਗਲੀ ਲੋਕਾਈ ਨੂੰ 4 ਦਰਵਾਜ਼ਿਆਂ ਦੇ ਵਿੱਚ ਸ਼ਬਦ ਦੀ ਚਰਨੀ ਲਗਾਉਣਾ ਹੈ। ਜਿਸ ਸ਼ਬਦ ਦੇ ਵਿੱਚ ਤੇਰੇ ਪਰਮ ਸਰੂਪ ਦਾ ਪੈਗਾਮ ਹੋਵੇ, ਮੇਰੀ ਇਹ ਇੱਛਾ ਹੈ, ਮੇਰੀ ਇੱਕ ਸੁਹਿਰਦ ਕਾਮਨਾ ਹੈ। ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਕਿ ਪਹਿਲਾਂ ਸ਼ਬਦ ਦਾ ਅਨੁਭਵ ਕਮਾ ਕੇ ਤੱਤੀ ਤਵੀ ਦੇ ਸੇਕ ਸਾਹਮਣੇ ਆਪ ਸਾਵੇਂ ਹੋ ਕੇ ਜਗਤ ਦੇ ਸਾਹਮਣੇ ਸ਼ਬਦ ਦੀ ਸੀਤਲਤਾ ਪ੍ਰਗਟ ਕਰਨੀ ਪਏਗੀ, ਫਿਰ ਸ਼ਬਦ ਦਾ ਪ੍ਰਕਾਸ਼ ਕਰੋਗੇ। ਦਸਮ ਪਾਤਸ਼ਾਹ ਨੇ ਕਿਹਾ ਕਿ ਜਿਹੜੇ ਆ ਕਿਣਕਿਆਂ ਵਰਗੇ ਹਨ, ਜਿਨ੍ਹਾਂ ਦੀ ਹਸਤੀ ਕੀੜਿਆਂ ਤੋਂ ਵੀ ਹੇਠਲੀ ਹੈ, ਭਾਵ ਕਿ ਇਹਨਾਂ ਨੂੰ ਕਿਸੇ ਗਿਣਤੀ 'ਚ ਨਹੀਂ ਗਿਣਿਆ ਜਾਂਦਾ, ਸ਼ੂਦਰ ਨੇ, ਇਹਨਾਂ ਦਾ ਐਡਾ ਵੱਡਾ ਤਿਰਸਕਾਰ ਹੁੰਦਾ ਹੈ, ਜੀਵਨ ਇਹਨਾਂ ਦਾ ਹੋਇਆ ਨਾ ਹੋਇਆ ਵਰਗਾ ਹੈ, ਇਹਨਾਂ ਨੂੰ ਪਾਤਸ਼ਾਹ ਬਣਾਉਣਾ ਹੈ। ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਪਾਤਸ਼ਾਹ ਬਣਨ ਦਾ ਬਖਸ਼ਿਸ਼ ਤਾਂ ਮਿਲ ਜਾਏਗੀ ਇਹਨਾਂ ਨੂੰ ਪਾਤਸ਼ਾਹ ਬਣਾਉਣ ਦੀ, ਪਰ ਸਮੁੱਚਾ ਸਰਬੰਸ ਜਿਹੜਾ ਹੈ ਉਹ ਕੁਰਬਾਨ ਕਰਨਾ ਪਏਗਾ। ਗੁਰੂ ਸਾਹਿਬਾਨਾਂ ਨੇ ਦਇਆ ਕਮਾਉਣ ਲਈ ਕਿੱਡੇ ਕਿੱਡੇ ਵੱਡੇ ਪੱਧਰ ਕਮਾਏ ਨੇ, ਅਤੇ ਅੱਜ ਥੋੜ੍ਹੀ ਜਿਸ ਦੇ ਸਿੱਖ ਦੇ ਜੀਵਨ 'ਚ ਦਇਆ ਕਮਾਉਣੀ ਹੋਵੇ 50 ਵਾਰੀ ਸੋਚਦਾ ਹੈ। ਤਾਂ ਇਸੇ ਕਰਕੇ ਕਈ ਵਾਰੀ ਹੁਣ ਜਿਵੇਂ ਮੈਂ ਆਪ ਥੋੜ੍ਹਾ ਇਸ ਸੁਭਾਅ ਦਾ, ਤਾਂ ਕਈ ਵਾਰੀ ਦੇਖਦਾ ਕਿ ਅਸੀਂ ਇੱਕ ਜਗ੍ਹਾ ਨਾ ਕਹਿੰਦੇ ਕਿ ਇੱਕ ਕਿਸੇ ਵਿਅੰਗਾਤਮਕ ਗੱਲ ਹੈ, ਕਿਸੇ ਜਗ੍ਹਾ 2 ਇਨਸਾਨ ਬੈਠੇ ਹੋਏ ਸਨ, ਤਾਂ ਉਹਨਾਂ ਦੇ ਸਾਹਮਣੇ ਇੱਕ ਪੂਰਨ ਪੁਰਖ ਬੈਠਾ ਹੋਇਆ ਸੀ ਗਿਆਨਵਾਨ। ਤਾਂ ਉਹਨੂੰ ਕਹਿਣ ਲੱਗਾ ਕਿ ਇਹਦੇ ਅੰਦਰ ਦਿਲ ਹੈ, ਇਹਦੇ ਅੰਦਰ ਕੀਮਤੀ ਪੱਥਰ ਹੈ। ਤਾਂ ਉਹਨਾਂ ਨੂੰ ਗੱਲ ਸਮਝ 'ਚ ਨਾ ਆਈ। ਉਹ ਕਹਿਣ ਲੱਗੇ ਜੀ ਤੁਸੀਂ ਕਿਹਾ ਕਿ ਇਹਦੇ ਅੰਦਰ ਦਿਲ ਹੈ, ਇਹਦੇ ਅੰਦਰ ਕੀਮਤੀ ਪੱਥਰ ਹੈ, ਵੀ ਇਹ ਕੀਮਤੀ ਪੱਥਰ ਦੇ ਸਿਰ 'ਤੇ ਜਿਉਂ ਰਿਹਾ, ਤਾਂ ਇਹ ਦਿਲ ਦੇ ਆਸਰੇ ਜਿਉਂ ਰਿਹਾ। ਇਸ ਗੱਲ ਦਾ ਭਾਵ ਕੀ ਹੈ? ਕਹਿੰਦਾ ਦਰਅਸਲ ਕੀ ਹੈ ਕਿ ਜਿਸ ਦਿਲ ਦੇ ਅੰਦਰ ਦਰਦ, ਹੁਲਾਸ, ਸੰਵੇਦਨਾ, ਸਭ ਕੁਝ ਦਾ ਅਹਿਸਾਸ ਪੂਰੀ ਤਰ੍ਹਾਂ ਗੁੰਨਿਆ ਹੋਵੇ ਅਤੇ ਉਹਦੇ ਸਹਿਤ ਧੜਕ ਰਿਹਾ ਹੋਵੇ, ਉਹ ਦਿਲ ਹੁੰਦਾ ਹੈ। ਅਤੇ ਜਿਹਦੇ ਵਿੱਚ ਕੋਈ ਭਾਵਨਾ ਦਾ ਵਾਸ ਨਹੀਂ, ਕੋਈ ਸੰਵੇਦਨਾ ਦਾ ਅੰਸ਼ ਹੀ ਨਹੀਂ, ਉਹ ਕੇਵਲ ਇੱਕ ਕੀਮਤੀ ਪੱਥਰ ਕਿਹਾ ਜਾ ਸਕਦਾ ਹੈ। ਕਹਿੰਦਾ ਮੇਰੀ ਗੱਲ ਦਾ ਇਹ ਭਾਵ ਹੈ। ਦਰਅਸਲ ਐਂ ਹੀ ਆ, ਦੁਨੀਆ 'ਚ ਦਿਲ ਲੈ ਕੇ ਨਹੀਂ ਜਿਉਂ ਰਹੀ। ਉਦਾਹਰਨ ਦੇ ਤੌਰ 'ਤੇ ਨਾ ਕਈ ਸੂਫੀਆਂ ਦੇ ਜੀਵਨ ਦੀ ਘਟਨਾ ਪੜ੍ਹੀ ਦੀ, ਤਾਂ ਉਹਨਾਂ ਨੇ ਬੜੀਆਂ ਕਮਾਲ ਦੀਆਂ ਗੱਲਾਂ ਆਖੀਆਂ ਹੋਈਆਂ ਨੇ। ਕਹਿੰਦੇ ਕਿ ਬੰਦੇ ਦੀ ਮਤਲਬ ਸੰਵੇਦਨਾ ਕਿੰਨੀ ਹੋਣੀ ਚਾਹੀਦੀ ਹੈ। ਜਿਵੇਂ ਉਦਾਹਰਨ ਦੇ ਅਸੀਂ ਹਾਸੇ ਦੀ ਆਵਾਜ਼ ਦੇ ਵਿੱਚ, ਰੋਣ ਦੀ ਆਵਾਜ਼ ਵਿੱਚ ਅਤੇ ਸਿਸਕੀ ਦੀ ਆਵਾਜ਼ ਦੇ ਵਿੱਚ ਅਤੇ ਗਮ ਦੀ ਆਵਾਜ਼ ਦੇ ਵਿੱਚ ਫਰਕ ਹੁੰਦਾ ਹੈ। ਸਾਡੀ ਦਰਦ ਦੀ ਸੰਵਾਦ ਦੀ ਸਰੋਤ ਇੰਨੀ ਗਹਿਰੀ ਹੋਵੇ ਕਿ ਕਿਸੇ ਦੀ ਆਵਾਜ਼ ਸੁਣੀਏ ਅਤੇ ਝੱਟ ਪਛਾਣ ਹੋ ਸਕੇ ਕਿ ਆਵਾਜ਼ ਸਿਸਕੀ ਵਿੱਚੋਂ ਆਈ ਹੈ, ਕਿ ਇਹ ਕਿਸੇ ਦਰਦ ਵਿੱਚੋਂ ਆਈ ਹੈ, ਇਹ ਕਿਸੇ ਕਰੁਣਾ ਦੇ ਵਿੱਚੋਂ ਆਈ ਹੈ, ਕਿਸੇ ਤਰਸ ਦੀ ਮੰਗ ਦੇ ਲਈ ਆਈ ਹੈ, ਕਿਸ ਦੇ ਲਈ ਆਈ ਹੈ। ਇੰਨੀ ਗੁਰਸਿੱਖ ਦੀ ਸੰਵੇਦਨਾ ਜਾਗੀ ਹੋਣੀ ਚਾਹੀਦੀ ਹੈ। ਪਰ ਸਾਨੂੰ ਤਾਂ ਫਰਕ ਨਹੀਂ ਪੈਦਾ ਹੁੰਦਾ। ਜਿਵੇਂ ਕਿਸੇ ਦਫਾ ਮੈਂ ਕਿਤੇ ਦਿੱਲੀ ਵੱਲ ਸਫ਼ਰ ਕਰ ਰਿਹਾ ਸੀ, ਤਾਂ ਇੱਕ ਜਗ੍ਹਾ ਉਹ ਗਾਉਣ ਵਾਲਾ ਆ ਗਿਆ ਉਹਦੇ ਬੱਸ ਦੇ ਵਿੱਚ ਬਕਾਇਦਾ। ਤਾਂ ਜਦੋਂ ਨਿਕਟ ਆਇਆ ਤਾਂ ਉਸ ਨੂੰ ਕੁਝ ਮਾਇਆ ਦੇ ਦਿੱਤੀ। ਤਾਂ ਮੈਨੂੰ ਕਹਿਣ ਲੱਗ, ਨੇੜਲਾ ਮੇਰਾ ਦੋਸਤ ਕਹਿਣ ਲੱਗਾ ਇਹਨਾਂ ਨੂੰ ਬਹੁਤਾ ਦੇਣਾ ਨਹੀਂ ਚਾਹੀਦਾ, ਕਿਉਂਕਿ ਇਹਨਾਂ ਨੂੰ ਬਹੁਤ ਪੈਸੇ ਮਿਲ ਜਾਂਦੇ ਨੇ, ਫਿਰ ਆਯਾਸ਼ ਹੋ ਜਾਂਦੇ ਨੇ। ਮੈਂ ਕਿਹਾ ਮੈਂ ਇਸ ਨੂੰ ਤਾਂ ਨਹੀਂ ਦਿੱਤਾ, ਇਹ ਜਿਹੜਾ ਗੀਤ ਗਾ ਰਿਹਾ ਉਹਦੇ ਵਿੱਚ ਇੰਨੀ ਸੋਝ ਹੈ ਕਿ ਉਹਨੇ ਮੇਰੇ ਅੰਦਰ ਨੂੰ ਟੁਣਕਾਰਿਆ ਅਤੇ ਉਹਦੇ ਸਤਿਕਾਰ ਵਜੋਂ ਮੈਨੂੰ ਕੁਝ ਦਿੱਤਾ। ਉਂਝ ਮੇਰਾ ਕੁਝ ਇਹਦੇ ਨਾਲ ਬਹੁਤਾ ਵੱਡਾ ਵਾਸਤਾ ਨਹੀਂ। ਇੰਨੀ ਵੱਡੀ ਸੰਵੇਦਨਾ ਦੇ ਤਲ 'ਤੇ ਜੀਵਨ ਜੀਆ ਜਾਵੇ ਤਾਂ ਅਸੀਂ ਧਰਮੀ ਹੋ ਸਕਦੇ ਹਾਂ। ਹੁਣ ਇਹਦੇ ਥੋੜ੍ਹੇ ਗੁਹਜ ਅਰਥਾਂ ਵੱਲ ਪਰਤਿਆ ਜਾਵੇ। ਤਿਲਕ ਲਗਾਉਣ ਦਾ ਭਾਵ ਕੀ ਹੁੰਦਾ? ਇੱਕ ਤਾਂ ਇਹ ਕਿ ਕੇਵਲ ਬਾਹਰੀ ਚਿੰਨ੍ਹ ਹੈ। ਤਿਲਕ ਲਗਾਉਣ ਦਾ ਗੁਰਬਾਣੀ 'ਚ ਵਾਕ ਹੈ, ਤਿਲਕ ਲਿਲਾਟ ਜਾਣੈ ਪ੍ਰਭ ਏਕ। ਤਿਲਕ ਲਾਉਣ ਦਾ ਭਾਵ ਕਿ ਤੇਰੀਆਂ 2 ਅੱਖਾਂ ਨੇ, ਇਹਨਾਂ 2 ਅੱਖਾਂ ਦੇ ਨਾਲ ਤੂੰ ਦੇਖਦਾ ਅਤੇ 2 ਪ੍ਰਤੀਬਿੰਬ ਬਣਦੇ ਨੇ। ਇਸ ਕਰਕੇ ਤੇਰੇ ਤਿਲਕ ਲਗਾਉਣ ਦਾ ਭਾਵ ਹੈ ਕਿ ਤੂੰ ਸਗਲੀ ਕਾਇਨਾਤ ਦੇ ਵਿੱਚ ਦੇਖੇ 2 ਅੱਖਾਂ ਦੇ ਨਾਲ, ਪਰ ਪ੍ਰਤੀਬਿੰਬ ਇੱਕ ਮਾਲਕ ਦਾ ਬਣੇ ਕਿ ਸਾਰਿਆਂ ਦੇ ਅੰਦਰ ਇੱਕੋ ਮਾਲਕ ਵਿਆਪਤ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤਿਲਕਹੀਣ ਜਥਾ ਵਿਪਰਾ
ਭਾਵ ਕਿ ਅਧਿਆਤਮਕ ਅਰਥਾਂ ਦੇ ਵਿੱਚ ਗੁਰਬਾਣੀ ਦੀ ਇਹ ਬੜੀ ਵੱਡੀ ਖਾਸੀਅਤ ਹੈ। ਗੁਰੂ ਸਾਹਿਬ ਜੀ ਨੇ ਅਧਿਆਤਮਕ ਅਰਥਾਂ ਦੇ ਵਿੱਚ ਦੱਸਿਆ ਕਿ ਕੌਣ ਕੀ ਹੈ। ਗੁਰੂ ਸਾਹਿਬ ਜੀ ਕਹਿੰਦੇ ਸੱਚ ਕਮਾਵੈ ਸੋਈ ਕਾਜੀ। ਉਂਝ ਕਾਜੀ ਕੀ ਕਿਹਾ ਜਾਂਦਾ ਹੈ ਕਿ ਜਿਹੜਾ ਰਾਜ ਦਰਬਾਰ ਦੇ ਵਿੱਚ ਫੈਸਲੇ ਕਰਾਉਂਦਾ ਕਾਨੂੰਨ ਦੇ ਆਧਾਰਿਤ, ਪਰ ਗੁਰੂ ਸਾਹਿਬ ਜੀ ਕਹਿੰਦੇ ਸੱਚ ਕਮਾਵੈ ਸੋਈ ਕਾਜੀ। ਅੱਗੇ ਕਹਿੰਦੇ ਜੋ ਦਿਲ ਸੁੱਧ ਹੈ ਸੋਈ ਹਾਜੀ। ਉਹ ਨਹੀਂ ਕਿ ਜਿਹੜਾ ਉਜੂ ਨਮਾਜ਼ ਕਰ ਲੈਂਦਾ ਤੇ ਉਹ ਹਾਜੀ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਆਪਣੇ ਦਿਲ ਨੂੰ ਸੋਧਦਾ ਹੈ। ਇਸੇ ਪ੍ਰਕਾਰ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਖੱਤਰੀ ਸੋ ਜੋ ਕਰਮਾ ਕਾ ਸੂਰ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ। ਹਰੇਕ ਵਾਕ ਬਾਰੇ ਮੁਸਲਮਾਨ ਮੋਮ ਦਿਲ ਹੋਵੇ। ਹਰੇਕ ਵਾਕ ਬਾਰੇ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਸਪਸ਼ਟ ਕੀਤਾ ਹੈ। ਅਤੇ ਇਸ ਕਰਕੇ ਮੈਂ ਹੁਣ ਜਿਵੇਂ ਨਾ ਸਾਡਾ ਧਰਮਾਂ ਦਾ ਟਕਰਾਅ ਬਣਦਾ, ਤਾਂ ਮੈਂ ਕਈ ਵਾਰੀ ਦੇਖਦਾ ਕਿ ਉਹ ਅਸਲ 'ਚ ਤਾਂ ਹੀ ਬਣਦਾ ਹੈ ਕਿ ਸਾਨੂੰ ਗੁਰਬਾਣੀ ਦਾ ਗਿਆਨ ਨਹੀਂ ਹੈਗਾ। ਹੁਣ ਗੁਰੂ ਸਾਹਿਬ ਜੀ ਨੇ ਸਾਨੂੰ ਉਂਝ ਠੀਕ ਹੈ ਕਿ ਕੁਰਾਨ ਦੇ ਵਿੱਚ ਇਸਲਾਮ ਦੀ ਮੁਸਲਮਾਨ ਦੀ ਪਰਿਭਾਸ਼ਾ ਲਿਖੀ ਹੋਈ ਹੈ, ਪਰ ਅਸੀਂ ਗੁਰੂ ਸਾਹਿਬਾਨਾਂ ਦ੍ਰਿਸ਼ਟੀਕੋਣ ਰਵਾਚੀ। ਗੁਰੂ ਸਾਹਿਬ ਜੀ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ। ਇਹਦਾ ਮਤਲਬ ਜਿਹੜਾ ਜਿਸ ਮੋਮਨ ਦਾ ਦਿਲ ਮੋਮ ਵਾਂਗ ਪਿਘਲਦਾ ਨਹੀਂ, ਤਾਂ ਗੁਰੂ ਨਾਨਕ ਦੇ ਦ੍ਰਿਸ਼ਟੀਕੋਣ ਅਨੁਸਾਰ ਉਹ ਠੀਕ ਤਰ੍ਹਾਂ ਮੁਸਲਮਾਨ ਵੀ ਨਹੀਂ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤਿਲਕ ਹੀਣੰ ਜਥਾ ਵਿਪਰਾ। ਜਿਹੜਾ ਆਪਣੇ ਅਧਿਆਤਮਕ ਰੂਪ ਤਿਲਕ ਦੇ ਵਿੱਚ ਸਾਰਿਆਂ ਦੇ ਅੰਦਰ ਇੱਕ ਮਾਲਕ ਦੀ ਜੋਤ ਨੂੰ ਨਹੀਂ ਪਛਾਣਦਾ, ਉਹ ਠੀਕ ਅਰਥਾਂ ਦੇ ਵਿੱਚ ਅਧਿਆਤਮਕ ਅਰਥਾਂ ਦੇ ਵਿੱਚ ਬ੍ਰਾਹਮਣ ਵੀ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਮਰਹੀਣੰ ਜਥਾ ਰਾਜਨਹ। ਜਦੋਂ ਕਿਤੇ ਨਾ ਰਾਜ ਦਰਬਾਰਾਂ ਵਿੱਚ ਪਹਿਲਾਂ ਸ਼ਾਸਤਰਾਰਥ ਹੁੰਦੇ ਸਨ, ਤਾਂ ਉਸੇ ਸ਼ਾਸਤਰਾਰਥ ਦੇ ਵਿੱਚ ਕਿਹਾ ਜਾਂਦਾ ਸੀ ਕਿ ਅਸਲ ਰਾਜਾ ਕੌਣ ਹੈ, ਜਾਂ ਪ੍ਰਸ਼ਨ ਪੈਦਾ ਹੁੰਦਾ ਸੀ ਕਿ ਰਾਜੇ ਨੂੰ ਕਿਹਦੇ ਉੱਪਰ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ। ਤਾਂ ਜਿਹੜੇ ਗਿਆਨਵਾਨ ਇਨਸਾਨ ਉਹਨਾਂ ਦੇ ਜਵਾਬ ਮਿਲਦੇ ਹਨ ਕਿ ਰਾਜੇ ਨੂੰ ਆਪਣੀਆਂ ਇੰਦਰੀਆਂ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ। ਕਿ ਇੰਦਰੀਏ ਜੈ ਹੋਣਾ ਨਾ, ਪੰਜਾਬੀ 'ਚ ਆਮ ਨਾਮ ਮਿਲ ਜਾਂਦੇ ਨਾ ਇੰਦਰਜੀਤ। ਮੇਰਾ ਕੋਈ ਸੰਬੰਧੀ ਸੀ, ਤਾਂ ਮੈਂ ਕਿਹਾ ਜੀ ਤੇਰਾ ਨਾਮ ਇੰਦਰਜੀਤ ਹੈ, ਇਹਦੇ ਅਰਥ ਪਤਾ ਹੈ? ਕਹਿੰਦਾ ਨਹੀਂ। ਮੈਂ ਕਿਹਾ ਇਹਦੇ ਬਹੁਤ ਵੱਡੇ ਅਰਥ ਨੇ। ਇੰਦਰੀਏ ਜੈ ਸੰਸਕ੍ਰਿਤ ਦੇ ਵਿੱਚ ਇਹਦਾ ਨਾਮ ਇੰਦਰੀਏ ਜੈ ਬਣਦਾ ਹੈ। ਤਾਂ ਜਿਵੇਂ ਇੱਕ ਹੋਰ ਨਾਮ ਹੈ ਜਤਿੰਦਰ, ਇੰਦਰੀਆਂ ਨੂੰ ਜਿੱਤਣ ਵਾਲਾ। ਇਹ ਬੜੇ ਗੂੜ੍ਹ ਨਾਮ ਨੇ। ਤਾਂ ਕਹਿੰਦੇ ਰਾਜਾ ਅਸਲ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਉਹ ਹੈ ਜਿਹੜਾ ਆਪਣੀਆਂ ਇੰਦਰੀਆਂ ਨੂੰ ਜਿੱਤ ਲਵੇ। ਉਦਾਹਰਨ ਦੇ ਤੌਰ 'ਤੇ ਰਾਜੇ ਦਾ ਅਰਥ ਭਾਵ ਕਿ ਜਦੋਂ ਉਹਦੇ ਪਾਸ ਬੜੀ ਪਾਵਰ ਆ ਜਾਂਦੀ ਹੈ ਪਦਾਰਥ ਦੀ, ਹੁਕਮ ਦੀ, ਤਾਂ ਫਿਰ ਇੰਦਰੀਆਂ ਦਾ ਗੁਲਾਮ ਹੋ ਜਾਂਦਾ। ਅੱਜ ਵੀ ਦੇਖਦੇ ਹਾਂ ਰਾਜੇ ਬੜੇ ਵੱਡੇ ਆਯਾਸ਼ ਹੋ ਜਾਂਦੇ ਨੇ। ਉਦਾਹਰਨ ਦੇ ਤੌਰ 'ਤੇ ਬੁਢਾਪੇ ਦੀ ਵੀ ਆਜੂ ਪੂਰੀ ਕਰ ਚੁੱਕੇ ਨੇ, ਪਰ ਕਾਮ ਦੀ ਵਾਸਨਾ 'ਚ ਅਜੇ ਵੀ ਪ੍ਰਵਿਰਤ ਨੇ, ਭਾਵ ਕਿ ਇੰਦਰੀ ਭਾਵ ਦੀ ਵਾਸਨਾ ਨੂੰ ਨਹੀਂ ਜਿੱਤ ਸਕਿਆ। ਔਰ ਦੂਜੀ ਗੱਲ, ਫਿਰ ਜੇ ਇਹ ਪੱਧਰ ਨਾ ਹੋਵੇ, ਰਾਜ ਦੀ ਲਾਲਸਾ ਬਣੀ ਰਹਿੰਦੀ ਹੈ। 5 ਵਾਰੀ ਬਣ ਗਿਆ, 6ਵੀਂ ਵਾਰੀ ਫਿਰ ਬਣ ਜਾਵਾਂ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਮਰਹੀਣ ਜਥਾ ਰਾਜਨਹ। ਜਿਹੜਾ ਆਪਣਾ ਇੰਦਰੀਆਂ 'ਤੇ ਹੁਕਮ ਚਲਾ ਕੇ ਇੰਦਰੀਆਂ ਨੂੰ ਆਪਣੇ ਅਧੀਨ ਨਹੀਂ ਕਰ ਸਕਦਾ, ਉਹ ਵੀ ਅਸਲ ਦੇ ਵਿੱਚ ਰਾਜਾ ਨਹੀਂ ਹੈ। ਆਵਦਹੀਣੰ ਜਥਾ ਸੂਰਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਸੂਰਮਾ ਸ਼ਸਤਰ ਤੋਂ ਬਿਨਾਂ ਨਹੀਂ ਹੋ ਸਕਦਾ, ਜਿਹਦੇ ਅੰਦਰ ਦਇਆ ਦਾ ਗੁਣ ਹੀ ਨਹੀਂ ਹੈ। ਹੁਣ ਉਦਾਹਰਨ ਦੇ ਤੌਰ 'ਤੇ ਗੱਲ ਇਵੇਂ ਹੈ ਕਿ ਜਦੋਂ ਯੁੱਧ ਦਾ ਸੰਗਰਾਮ ਭਖਦਾ ਹੈ, ਜਿਹੜਾ ਗੁਰੂ ਸਾਹਿਬਾਨਾਂ ਨੇ ਸਿੱਖ ਸੈਨਿਕ ਸੰਤ ਸਿਪਾਹੀ ਪੈਦਾ ਕੀਤਾ ਨਾ, ਹੁਣ ਉਦਾਹਰਨ ਦੇ ਤੌਰ 'ਤੇ ਸਾਡਾ ਜਿਹੜਾ ਸਿੱਖਾਂ ਦਾ ਅੱਜ ਦਾ ਯੁੱਧ ਹੋ ਗਿਆ, ਉਹਦੇ ਵਿੱਚ ਇਕੱਲਾ ਸਿਪਾਹੀ ਰਹਿ ਗਿਆ, ਸੰਤ ਉਹਦਾ ਗਾਇਬ ਹੋ ਗਿਆ। ਹੁਣ ਇਸੇ ਪ੍ਰਕਾਰ ਜਿਹੜਾ ਸੰਤ ਸਿਪਾਹੀ ਹੈ, ਉਹਦਾ ਭਾਵ ਕੀ ਹੈ ਕਿ ਉਹ ਜਦੋਂ ਯੁੱਧ ਦੇ ਪੱਧਰ 'ਤੇ ਲੜੇ ਤਾਂ ਉਹਦੀ ਦਇਆ ਵੀ ਓਨੀ ਹੀ ਸਜਗ ਰਹੇ, ਅਤੇ ਉਹਦੀ ਜਿਹੜੀ ਜ਼ੁਲਮ ਨੂੰ ਕੱਟਣ ਵਾਲੀ ਤਲਵਾਰ ਹੈ ਉਹ ਵੀ ਹੀ ਓਨੀ ਬਲਸ਼ਾਲੀ ਰਹੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਵਦਹੀਣੰ ਜਥਾ ਸੂਰਾ। ਜਿਹਦੇ ਅੰਦਰ ਸ਼ੁਭ ਗੁਣਾ ਕਮਾਉਣ ਦੀ ਚਾਹਤ ਹੀ ਨਹੀਂ ਹੈ, ਉਹਨੂੰ ਸੂਰਮਾ ਵੀ ਨਹੀਂ ਆਖਿਆ ਜਾ ਸਕਦਾ। ਜਿਹੜੇ ਸੂਰਮੇ ਨੇ ਆਪਣੀ ਖੁਦੀ ਨੂੰ ਨਹੀਂ ਮਾਰਿਆ, ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਠੀਕ ਅਰਥਾਂ ਦੇ ਵਿੱਚ ਸੂਰਮਾ ਨਹੀਂ ਕਿਹਾ ਜਾ ਸਕਦਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਆਵਦਹੀਣੰ ਜਥਾ ਸੂਰਾ। ਜਿਵੇਂ ਹੁਣ ਅਸੀਂ ਗੁਰਬਾਣੀ 'ਚ ਪੜ੍ਹਦੇ ਮਸਕੀਨੇ ਪਹਿਲਵਾਨ ਬਾਰੇ, ਉਹ ਹੈ ਬਹੁਤ ਵੱਡਾ ਪਹਿਲਵਾਨ ਸੀ, ਪਰ ਉਹਦੇ ਅੰਦਰ ਜਿਹੜੀ ਦੀਨਤਾ ਵਾਸ ਕਰਦੀ ਸੀ। ਅਤੇ ਜਦੋਂ ਗੁਰਸਿੱਖ ਦੀ ਭਾਵਨਾ ਦਾ ਉਹਨੇ ਪੱਧਰ ਜਾਣਿਆ ਤਾਂ ਉਹਨੇ ਸਹਿਜੇ ਹੀ ਢਹਿ ਗਿਆ, ਭਾਵ ਕਿ ਆਪਣੇ ਬਲ ਮਾਣ ਦਾ ਕੋਈ ਅਹੰਕਾਰ ਨਹੀਂ ਕੀਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਆਵਦਹੀਣੰ ਜਥਾ ਸੂਰਾ। ਜਿਹਦੇ ਅੰਦਰ ਸ਼ੁਭ ਗੁਣਾਂ ਦੀ ਚਾਹਤ ਨਹੀਂ ਹੈ, ਸ਼ੁਭ ਗੁਣਾ ਕਮਾਉਣ ਦਾ ਭਾਵ ਨਹੀਂ ਹੈ,
ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਠੀਕ ਅਰਥਾਂ ਦੇ ਵਿੱਚ ਸੂਰਮਾ ਨਹੀਂ। ਔਰ ਸੂਰਮੇ ਦੀ ਇੱਕ ਪਰਿਭਾਸ਼ਾ ਇਹ ਵੀ ਗੁਰਬਾਣੀ 'ਚ ਹੁੰਦੀ ਹੈ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਕਿ ਜੇ ਤੇਰਾ ਜੀਵਨ ਬੰਦਗੀ ਜਿਵੇਂ ਸੂਰਮੇ ਨੂੰ ਮਰਨ ਦਾ ਚਾਅ ਹੁੰਦਾ ਹੈ, ਉਹ ਆਪਣੇ ਪ੍ਰਾਣਾਂ ਨੂੰ ਕੁਰਬਾਨ ਕਰਨ ਦਾ ਚਾਅ ਰੱਖਦਾ ਹੈ, ਅਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਸਾਡੇ ਜੀਵਨ 'ਚ ਸਤ ਸੰਗਤ ਦੀ ਪ੍ਰੀਤ ਦਾ, ਗੁਰਬਾਣੀ ਦੇ ਨੇਮ ਅਨੁਸਾਰ ਆਪਣੇ ਜੀਵਨ ਨੂੰ ਰੰਗਣ ਦਾ ਚਾਅ ਹੀ ਨਹੀਂ ਹੈ, ਉਦਮ ਹੀ ਨਹੀਂ ਹੈ, ਅਤੇ ਸਾਡੇ ਸੂਰਮੇ ਹੋਣ ਦਾ ਵੀ ਕੋਈ ਅਰਥ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਧਰਮਹੀਣੰ ਤਥਾ ਵੈਸ਼ਨਵਹ। ਤਾਂ ਇਸੇ ਪ੍ਰਕਾਰ ਹੁਣ ਗੁਰਬਾਣੀ 'ਚ ਇਸੇ ਬਾਰੇ ਜ਼ਿਕਰ ਆਉਂਦਾ, ਸੁਖਮਨੀ ਸਾਹਿਬ ਦੀ ਬਾਣੀ 'ਚ ਰੋਜ਼ਾਨਾ ਪੜ੍ਹਦੇ ਹਾਂ। ਸੋ ਵੈਸ਼ਨੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਪਰਮ ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ। ਕਿ ਜਿਹਦੇ ਉੱਪਰ ਉਹਦਾ ਮਾਲਕ ਪ੍ਰਸੰਨ ਹੈ, ਭਾਵ ਕਿ ਉਹ ਬੰਦਗੀ ਮਾਰਗ ਨਾਲ ਜੁੜਿਆ ਹੋਇਆ। ਤਾਂ ਇਸੇ ਪ੍ਰਕਾਰ ਜਿਵੇਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਵੈਸ਼ਨੋ ਹੁਆ ਤਾਂ ਕਿਆ ਪਿਆ ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ। ਕਿ ਇਕੱਲਾ ਵੈਸ਼ਨਵ ਅਖਵਾ ਲੈਣਾ, ਭਾਵ ਕਿ ਉਵੇਂ ਦੇ ਧਰਮ ਦੇ ਚਿੰਨ੍ਹ ਧਾਰਨ ਕਰ ਲੈਣੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਪੂਰੀ ਤਰ੍ਹਾਂ ਸਾਧਨਾ ਨਹੀਂ ਬਣਦੀ। ਇਸ ਕਰਕੇ ਸਾਨੂੰ ਹੁਣ ਜਿਹੜੇ ਸਿੱਖੀ ਦੀ ਗੱਲ ਕਰਦੇ ਅਸੀਂ, 5 ਕਕਾਰਾਂ ਦੀ ਗੱਲ ਆਉਂਦੀ ਹੈ, ਤਾਂ ਭਾਈ ਨੰਦ ਲਾਲ ਜੀ ਆਖਦੇ ਨੇ ਨਿਸ਼ਾਨੇ ਸਿੱਖੀ 5 ਹਰਫ ਕਾਫ, ਭਾਵ ਕਿ ਇਹ ਗਿਆਨ ਦੇ ਸਹਿਤ ਬੋਲਣੇ ਚਾਹੀਦੇ ਹਨ। ਜਦੋਂ ਗੁਰੂ ਸਾਹਿਬ ਜੀ ਕੜਾ ਧਾਰਨ ਕਰਵਾ ਦਿੰਦੇ ਹਨ ਅਤੇ ਤੇਰੇ ਹੱਥਾਂ ਦਾ ਨੇਮ ਇੱਕ ਜਬਤ ਦੇ ਵਿੱਚ ਪੈ ਜਾਣਾ ਚਾਹੀਦਾ ਹੈ, ਕਿ ਇੱਕ ਕਿਸੇ ਜਿਹੜਾ ਨਤਾਣਾ ਹੈ ਉਹਦੇ ਉੱਪਰ ਨਾ ਉੱਠ ਜਾਣ। ਤਾਂ ਇਸੇ ਪ੍ਰਕਾਰ ਇਕੱਲਾ ਉਹ ਨਹੀਂ, ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਕਕਾਰਾਂ ਦਾ ਵੀ ਜਬਤ ਨਹੀਂ ਪਾਲਦੇ। ਉਦਾਹਰਨ ਦੇ ਤੌਰ 'ਤੇ ਕਕਾਰਾਂ ਦਾ ਜਬਤ ਪਾਲਣ ਦਾ ਕੀ ਭਾਵ ਹੈ? ਹੁਣ ਕਦੀ ਅਸੀਂ ਇਹ ਨਹੀਂ ਸੋਚਿਆ ਕਿ ਜਿਹੜਾ ਸਾਨੂੰ ਗਾਤਰਾ ਹੈ ਉਹ ਇੱਧਰੋਂ ਲੈ ਕੇ ਇਉਂ ਕੋ ਧਾਰਨ ਕਰਵਾਇਆ ਗਿਆ। ਉਹਦਾ ਧਾਰਨ ਕਰਵਾਉਣ ਦਾ ਭਾਵ ਇਹ ਹੈ ਕਿ ਤੇਰੀ ਦੇਹ ਦਾ ਇੱਕ ਮਹਾਂ ਜਬਤ ਬਣਿਆ ਰਹੇ, ਕਿ ਇਸ ਦੇਹ ਦੇ ਵਿੱਚ ਬਲ ਹੈ, ਇਹਦੇ ਅੰਦਰ ਮਨ ਹੈ, ਮਨ ਕੰਦ ਕੇ ਅੰਦਰ ਜਿਹੜੀ ਵਾਸਨਾ ਵਿਆਪਤ ਹੋਣੀ ਹੈ, ਉਹਦੇ ਉੱਪਰ ਇਹ ਤੇਰੀ ਗੁਰੂ ਨੇ ਇੱਕ ਤਾਰ ਟਿਕਾਈ ਹੈ। ਭਾਈ ਨੰਦ ਲਾਲ ਜੀ ਬੜੀ ਵੱਡੀ ਗੱਲ ਕਹਿੰਦੇ ਨੇ, ਕਹਿੰਦੇ ਜਿਵੇਂ ਰੇਸ਼ਮ ਦਾ ਜਿਹੜਾ ਕੀੜਾ ਹੈ ਉਹਦੀਆਂ ਤਾਰਾਂ ਕਰਕੇ ਮਹਾਨ ਹੁੰਦਾ ਹੈ, ਤਾਂ ਇਸੇ ਪ੍ਰਕਾਰ ਇਹ ਗੁਰੂ ਪ੍ਰੀਤ ਦੇ ਵਿੱਚ ਰੱਤੇ ਹੋਏ ਗੁਰਸਿੱਖ ਦੇ ਜੀਵਨ ਦਾ ਜਬਤ ਨੇ ਕਕਾਰ, ਕਿ ਇਹਦੇ ਜਬਤ ਵਿੱਚ ਰਹਿ ਕੇ ਇਹਨਾਂ ਦੇ ਨੇਮ ਨੂੰ ਪਾਲਣਾ ਹੈ। ਉਦਾਹਰਨ ਦੇ ਤੌਰ 'ਤੇ ਦੇਹ ਵੀ ਗਾਤਰੇ ਦੀ ਜਬਤ ਦੇ ਵਿੱਚ ਨਹੀਂ ਹੈ, ਕੜਾ ਵੀ ਜਿਹੜਾ ਹੱਥ ਹੈ ਉਹ ਵੀ ਕੜੇ ਦੇ ਜਬਤ ਵਿੱਚ ਨਹੀਂ ਹੈ, ਅਤੇ ਜੀਵਨ ਦਾ ਬਾਕੀ ਆਚਰਣ ਵੀ ਕਕਾਰਾਂ ਦੀ ਮਰਜ਼ਾਦਾ ਅਨੁਸਾਰ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਧਰਮਹੀਣੰ ਤਥਾ ਵੈਸ਼ਨਵਹ। ਤਾਂ ਜਿਹੜਾ ਵੈਸ਼ਨਵ ਰੂਪ ਹੋ ਕੇ ਧਰਮ ਦੇ ਸਮੁੱਚੇ ਸਾਧਨਾਂ ਦੀ ਪਾਲਣਾ ਨਹੀਂ ਕਰਦਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਧਰਮੀ। ਇਸ ਕਰਕੇ ਇੱਕ ਅੱਜ ਦੇ ਸਮੇਂ ਦੇ ਵਿੱਚ ਯਤਨ ਇਹ ਕਰਨਾ ਚਾਹੀਦਾ ਹੈ ਕਿ ਗੁਣਾਂ ਦੀ ਸਾਧਨਾ ਕਰਨੀ ਚਾਹੀਦੀ ਹੈ। ਮੈਂ ਕਿਸੇ ਜਗ੍ਹਾ ਇੱਕ ਵਾਕ ਪੜ੍ਹਿਆ ਸੀ ਕਿ ਜਿਹੜਾ ਧਰਮ ਦਾ ਸੱਚਾ ਸਾਧਕ ਹੁੰਦਾ ਹੈ ਨਾ, ਸੱਚਾ ਸਾਧਕ ਅਸਲ 'ਚ ਅਮਲ ਕਰਨ ਵਾਲਾ, ਉਹ ਕਦੀ ਵਿਆਖਿਆਵਾਂ ਨਹੀਂ ਭਾਲਦਾ। ਉਹਨੂੰ ਨਹੀਂ ਇਹ ਹੁੰਦਾ ਕਿ ਪਹਿਲਾਂ ਮੈਨੂੰ ਦਇਆ 'ਤੇ ਲੈਕਚਰ ਦਿਓ, ਦਸਵੰਧ 'ਤੇ ਲੈਕਚਰ ਦਿਓ ਅਤੇ ਫਿਰ ਮੈਂ ਦਇਆ ਕਮਾਉਣੀ ਸ਼ੁਰੂ ਕਰਾਂਗਾ। ਉਹਨੂੰ ਸੁੱਤੇ ਸਿੱਧੀ ਉਹ ਗੁਣ ਉਹਦੇ ਜੀਵਨ 'ਚ ਢਲ ਜਾਂਦੇ ਨੇ, ਇੱਕ ਵਾਰੀ ਪਤਾ ਲੱਗ ਜਾਏ ਸਹੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਨਾਨਕ ਧਰਮਹੀਣੰ ਤਥਾ ਵੈਸ਼ਨਵਹ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਅੰਦਰ ਧਰਮ ਦੇ ਸਰਦਿਸ਼ ਗੁਣਾਂ ਦਾ ਪ੍ਰਕਾਸ਼ ਨਹੀਂ ਹੁੰਦਾ। ਇਸ ਕਰਕੇ ਨਾ ਸੂਫੀ ਫਕੀਰ ਕਹਿੰਦੇ ਨੇ, ਕਹਿੰਦੇ ਧਰਮ ਨੂੰ ਸਿੱਖਣਾ ਹੋਵੇ ਨਾ ਤਾਂ ਪ੍ਰਕਿਰਤੀ ਦੇ ਤੌਰ 'ਤੇ ਸਿੱਖ ਲਓ। ਰੁੱਖ ਦੇ ਕੋਲ ਬੈਠੀਏ ਉਹਦੀ ਛਾਂ ਦੀ ਸ਼ੀਤਲਤਾ ਮਿਲਦੀ ਹੈ, ਪਾਣੀ ਨੂੰ ਪੀਵੀਏ ਅੰਦਰ ਦੀ ਪਿਆਸ ਬੁਝਦੀ ਹੈ। ਇਸੇ ਪ੍ਰਕਾਰ ਤਾਂ ਕਹਿੰਦੇ ਜੀ ਇਸੇ ਪ੍ਰਕਾਰ ਧਰਮੀ ਇਨਸਾਨ ਦੇ ਕੋਲੋਂ ਬੈਠੇ ਹੋਈ, ਹੁਣ ਕਈ ਆਮ ਦੇਖੀਦਾ ਸਤਸੰਗੀ ਜਾਣ ਕੇ ਕਈਆਂ ਦੇ ਨਿਕਟ ਬੈਠ ਜਾਈਦਾ, ਤਾਂ ਗੱਲ ਹੁੰਦੀ ਹੈ ਬਹੁਤੀ ਵਾਰੀ। ਮੇਰੇ ਆਪਣੇ ਕਿਸੇ ਨਿਕਟ ਵਰਤੀ ਨਾ ਕਿਸੇ ਕੀਰਤਨ ਸਮਾਗਮ ਸੀ, ਤਾਂ ਉਹ ਕੀਰਤਨ ਤੋਂ ਉਹਨਾਂ ਦੇ ਤੋਂ ਬੜਾ ਪ੍ਰਸੰਨ ਹੋਇਆ। ਤਾਂ ਬਾਅਦ ਜਦੋਂ ਸਮਾਪਤੀ ਹੋਈ ਤਾਂ ਉਹ ਚਲ ਗਿਆ ਉਹਨਾਂ ਦੀ ਥੋੜ੍ਹੀ ਸਿਫਤ ਕਰਨ ਕਿ ਤੁਸੀਂ ਵਧੀਆ ਗਾਇਆ, ਤੁਹਾਡੇ ਸ਼ਬਦਾਂ ਦੀ ਚੋਣ ਬਿਹਤਰ ਸੀ, ਤੁਹਾਡੇ ਗਾਇਨ ਦਾ ਢੰਗ ਰਾਗਾਤਮਕ ਸੀ। ਤਾਂ ਉਹ ਮੈਨੂੰ ਦੱਸ ਰਿਹਾ, ਕਹਿੰਦਾ ਕਿ ਮੈਂ ਇਹ ਗੱਲ ਕੀਤੀ, ਤਾਂ ਕਹਿੰਦਾ ਉਹਨੇ ਪਹਿਲਾਂ ਤਾਂ ਮੇਰੀ ਸਿਫਤ ਕਬੂਲ ਕੀਤੀ, 2 ਕੁ ਮਿੰਟ ਬਾਅਦ ਉਹ ਪੰਥਕ ਕੋਈ ਵਿਵਾਦ ਸੀ, ਤਾਂ ਉਹ ਕਿਸੇ ਸ਼ਖਸੀਅਤ ਦੇ ਬਾਰੇ ਕਹਿ ਰਿਹਾ ਸੀ, ਉਹ ਤਾਂ ਮਾਰੀ ਜਾਣਾ ਚਾਹੀਦਾ। ਕਹਿੰਦਾ ਮੈਂ ਹੈਰਾਨ ਕਿ ਇਹਦੇ ਕੀਰਤਨ ਦੀ ਸਿਫਤ ਮੈਂ ਕਰਾਂ, ਇਹਦੇ ਅੰਦਰ ਤਾਂ ਇਹ ਕੁਝ ਪਿਆ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਤੱਦੇ ਗੁਰਬਾਣੀ 'ਚ ਇਸ ਤਰ੍ਹਾਂ ਦੇ ਵੀ ਵਾਕ ਹੁੰਦੇ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਧਰਮਹੀਣੰ ਤਥਾ ਵੈਸ਼ਨਵਹ। ਜੇ ਧਰਮ ਦੇ ਗੁਣ ਸ਼ਦਰਿਸ਼ ਹੋ ਕੇ ਤੇਰੇ ਜੀਵਨ ਵਿੱਚ ਪ੍ਰਗਟ ਨਹੀਂ ਹੁੰਦੇ, ਤਾਂ ਇਸੇ ਕਰਕੇ ਆਰੰਭ ਵਿੱਚ ਨੁਕਤਾ ਚੱਲਿਆ ਸੀ ਕਿ ਬੰਦਾ ਉਰੋਂ ਆਪਣੇ ਆਪ ਨੂੰ ਪਿੰਡ 'ਚ ਮਾਸਟਰ ਖਵਾਉਂਦਾ ਹੈ ਜਦੋਂ ਉਹਨੇ MA ਕਰ ਲਈ ਹੋਵੇ।
इस करके उदों ही धर्म ही अकवाउण की आकांक्षा रखो जदों तुहाडे तो धर्म के गुण झलकण। जे धर्म के गुण नहीं झलकण लगे तो फिर रहन देना चाहिए। कोई ईडी भी कोई मुसीबत नहीं किसी मनुख ते बनी हुंदी। सतगुरु गुरु अर्जन साहब जी कृपा करन। हुण जिवें गुरु अर्जन साहब जी नूं असीं शांति दे पुंज आखदे हां, शहीदां दे सरताज आखदे हां, बाणी के बोहत आखदे हां, तां ओह गुरु साहिबानां दे जीवन 'ਚ ਉਹ गुणां दा वड्डा प्रकाश है कि गुरु साहब शांति दे पुंज की ने कि कुल जमाना जिहड़ा है वैर दी तपश विच तप के उन्हां दे विरुद्ध है, पर गुरु साहब जी धीरज एक विच बैठे हुए हैं। बाणी के बहुत हैं, बाणी संकलित की रचना की, फिर मनुक्खता नूं उहदा खजाना सौंपिया। तो इसे प्रकार गुरु साहब जी फरमाउंदे नानक धर्म ही सन। इस करके गुरु गोबिंद सिंह महाराज जी फरमाउंदे हैं शुभ कर्मन ते कब हों ना डरूं। इस करके धर्म का एक नुकता है कि तुहाडे अंदर शुभ कर्मां की चाहत पैदा होवे। सतगुरु गुरु अर्जन साहब जी कृपा करन। पावन श्लोक का भाव उपदेश साडे सारिਆਂ ਦੇ ਹਿਰਦਿਆਂ अंदर वस जाए। असी धर्म की अदाकारी छड्ड के धर्म नूं सुच्चे अमल के रूप विच अपने आत्मा तो दे तल ते जिउण दा हीया पुरजोर यतन करिए गुरु मेहर सदका, तां कि धर्म के असल अनुभव सानू प्राप्त होण ते धर्म का जिहड़ा रूहानी जीवन है उन्हों माणदਿਆਂ होया असी गुरु कृपा के पात्र बन सके। जी पावन लड़ीवार बाणी की व्याख्या की आप जी दे नाल सांझ पाउंदिआं होईआं बेअंत भुल्लां दी खिमा जाचना जी सतगुरु साहिब जी कृपा करन। पावन श्लोक का भाव उपदेश साडे सारिਆਂ दे हिरदे अंदर वस जाए जी, सारिਆਂ दा इत्थे आया सफला होवे जी। बड़े अदब सहित गज के फतेह अर्ज करो जी। वाहिगुरू जी का खालसा वाहिगुरू जी की फतेह।